ਸੰਧੂ ਸਾਹਿਬ, ਸਿੱਧੂ ਮੂਸੇਵਾਲੇ ਦਾ ਕਤਲ ਕਿਸ ਤਰ੍ਹਾਂ ਹੋਇਆ, ਕਿਸ ਤਰ੍ਹਾਂ ਰੈਕੀ ਕੀਤੀ ਗਈ ਤੇ ਉਹ ਸਾਰੀ ਜਾਣਕਾਰੀ ਹਮਲਾਵਰਾਂ ਦੇ ਨਾਲ ਸਾਂਝੀ ਕੀਤੀ ਗਈ, ਹੁਣ ਉਹ ਡੀਟੇਲ ਸਾਹਮਣੇ ਆ ਰਹੀਆਂ ਨੇ। ਇਹਨਾਂ ਦਾ ਕੀ ਵੇਰਵਾ ਜੀ? ਵਾਸੂ ਜੀ, ਬਹੁਤ ਸਾਰੀਆਂ ਡਿਟੇਲ ਹੁਣ ਤੱਕ ਸਾਹਮਣੇ ਆ ਚੁੱਕੀਆਂ ਨੇ। ਜਦੋਂ ਪਿਛਲੇ ਐਤਵਾਰ ਨੂੰ ਸਿੱਧੂ ਮੂਸੇਵਾਲਾ ਦਾ ਉਹਦੇ ਪਿੰਡ ਦੇ ਨੇੜੇ ਹੀ ਇੱਕ ਜਵਾਰ ਕੇ ਪਿੰਡ ਦੇ ਵਿੱਚ ਕਤਲ ਹੋਇਆ ਸੀ ਜੀ, ਉਸ ਤੋਂ ਲੈ ਕੇ ਅੱਜ ਤੱਕ ਇਹਦੇ ਵਿੱਚ ਬਹੁਤ ਜ਼ਿਆਦਾ ਡਿਟੇਲ ਜਿਹੜੀਆਂ ਹੁਣ ਤੱਕ ਆ ਗਈਆਂ ਨੇ। ਇਸ ਤਰ੍ਹਾਂ ਦੀਆਂ ਜਾਣਕਾਰੀਆਂ ਜਿਹੜੀਆਂ ਪੁਲਿਸ ਵੱਲੋਂ ਦਿੱਤੀਆਂ ਗਈਆਂ ਨੇ, ਜਿਹੜੀਆਂ ਸੁਰੱਖਿਆ ਏਜੰਸੀਆਂ ਵੱਲੋਂ ਦਿੱਤੀਆਂ ਗਈਆਂ ਨੇ, ਜਿਹੜੀਆਂ ਦਿੱਲੀ ਪੁਲਿਸ ਦੇ ਵਿਸ਼ੇਸ਼ ਸੈੱਲ ਵੱਲੋਂ ਦਿੱਤੀਆਂ ਗਈਆਂ ਨੇ, ਔਰ ਕੁਛ ਜਾਣਕਾਰੀਆਂ ਉਹ ਨੇ ਜਿਹੜੀਆਂ CCTV ਫੁਟੇਜ ਜਿਹੜੀ ਹੈ ਉਹਦੀ ਛਾਣ ਪੜਤਾਲ ਕੀਤੀ ਗਈ ਹੈ। ਕੁਛ ਮੌਕੇ ਦੇ ਉੱਤੇ ਜਿਹੜੇ ਲੋਕ ਮੌਜੂਦ ਸੀ ਉਹਨਾਂ ਤੋਂ ਪੁੱਛ ਪੜਤਾਲ ਕੀਤੀ ਗਈ ਹੈ। ਜਿੱਥੇ ਕਾਂਡ ਹੋਇਆ ਉਹਦੇ ਲਾਗੇ ਤਾਗੇ ਜਿਹੜੇ ਲੋਕ ਸੀ ਉਹਨਾਂ ਤੋਂ ਪੁੱਛਗਿੱਛ ਕੀਤੀ ਗਈ ਹੈ। ਔਰ 2 ਵਿਅਕਤੀ ਉਹਦੇ ਨਾਲ ਜ਼ਖਮੀ ਹੋਏ ਸੀ ਸਿੱਧੂ ਮੂਸੇਵਾਲਾ ਤੋਂ, ਉਹਨਾਂ ਨੇ ਵੀ ਕੁਛ ਮਤਲਬ ਦੱਸਿਆ ਹੈ, ਪਰ ਅਜੇ ਪੂਰੀ ਗੱਲ ਸ਼ਾਇਦ ਉਹਨਾਂ ਦੀ ਖੁੱਲ੍ਹ ਕੇ ਜਿਹੜੀ ਹੈ ਸਾਹਮਣੇ ਨਹੀਂ ਆਈ। ਜੀ, ਹੁਣ ਇੱਕ ਵਿਅਕਤੀ ਜਿਹੜਾ ਜਿਸਨੂੰ ਕੇਕੜਾ ਕਿਹਾ ਜਾਂਦਾ ਹੈ ਔਰ ਰਾਜਸਥਾਨ ਦੇ ਨਾਲ ਸੰਬੰਧਿਤ ਹੈ, ਕਾਲਿਆਂ ਵਾਲੀ ਪਿੰਡ ਹੈ ਸਿਰਸਾ ਦੇ ਵਿੱਚ, ਉੱਥੇ ਦਾ ਰਹਿਣ ਵਾਲਾ ਉਹ, ਔਰ ਉਹਨੂੰ ਮਾਨਸਾ ਤੋਂ ਪੁਲਿਸ ਨੇ ਗ੍ਰਿਫਤਾਰ ਕੀਤਾ ਹੈ। ਜੀ, ਉਹ ਕੇਕੜਾ ਨਾਂ ਦੱਸਿਆ ਜਾਂਦਾ, ਉਹਦਾ ਨਾਂ ਤਾਂ ਪਤਾ ਨਹੀਂ ਕੋਈ ਹੋਰ ਹੋਏਗਾ ਸ਼ਾਇਦ, ਔਰ ਗੈਂਗਸਟਰਾਂ ਨੇ ਉਹਦਾ ਨਾਂ ਜਿਹੜਾ ਇਹ ਰੱਖਿਆ ਹੋਇਆ ਕੇਕੜਾ ਦੇ ਨਾਂ ਨਾਲ ਉਹ ਪ੍ਰਸਿੱਧ ਹੈ। ਉਸ ਨੇ ਇਹ ਖਬਰ ਦਿੱਤੀ ਹੈ ਜਾਂ ਉਹਦੇ ਕੋਲੋਂ ਇਹ ਜਾਣਕਾਰੀ ਪੁਲਿਸ ਨੂੰ ਪ੍ਰਾਪਤ ਹੋਈ ਹੈ। ਪੁਲਿਸ ਨੇ ਅੱਗੇ ਮੀਡੀਆ ਵਾਲਿਆਂ ਨੂੰ ਇਸ ਸੰਬੰਧ ਜਾਣਕਾਰੀ ਦਿੱਤੀ ਹੈ ਕਿ ਉਹ ਇੱਕ ਕੇਕੜਾ ਤੇ ਇੱਕ ਸਾਥੀ ਉਹਦਾ ਹੋਰ ਜਿਹੜੇ ਸੀ, ਇਹ ਦੋਵੇਂ ਮੂਸੇਵਾਲਾ ਦੇ ਫੈਨ ਬਣ ਕੇ, ਪ੍ਰਸ਼ੰਸਕ ਬਣ ਕੇ ਉਹਨਾਂ ਦੇ ਘਰ ਗਏ ਉਸ ਦਿਨ ਜਿਸ ਦਿਨ ਵਾਰਦਾਤ ਹੋਈ ਹੈ। ਪਹਿਲਾਂ ਉਹਨਾਂ ਦੇ ਘਰ ਜਾ ਕੇ ਚਾਹ ਪੀਤੀ, ਫਿਰ ਜਿਹੜੀ ਉਹਦੀ ਥਾਰ ਗੱਡੀ ਸੀ ਉਹਦੇ ਨਾਲ ਉਹਨਾਂ ਨੇ ਸੈਲਫੀਆਂ ਵੀ ਲਈਆਂ, ਅਤੇ ਉਸ ਤੋਂ ਬਾਅਦ ਉਹਨਾਂ ਨੇ ਸਾਰੀ ਜਾਣਕਾਰੀ ਜਿਹੜੀ ਉੱਥੇ ਉਹਨਾਂ ਨੂੰ ਇਸ ਦੌਰਾਨ ਰਹਿੰਦਿਆਂ ਹੋਇਆ ਮਿਲੀ, ਪਤਾ ਲੱਗ ਗਿਆ ਉਹਨਾਂ ਨੂੰ ਕਿ ਮੂਸੇਵਾਲਾ ਹੁਣੇ ਕਿਸੇ ਰਿਸ਼ਤੇਦਾਰ ਨੂੰ ਮਿਲਣ ਲਈ ਜਾ ਰਿਹਾ ਹੈ ਔਰ ਉਹ ਥਾਰ ਗੱਡੀ 'ਚ ਜਾ ਰਿਹਾ ਹੈ, ਦੂਜੀ ਗੱਡੀ ਨਹੀਂ ਲੈ ਕੇ ਜਾ ਰਿਹਾ, ਬੁਲਟ ਪ੍ਰੂਫ ਗੱਡੀ ਨਹੀਂ ਲੈ ਕੇ ਜਾ ਰਿਹਾ। ਗਨਮੈਨ ਜਿਹੜੇ ਨੇ ਉਹ ਵੀ ਉਹਦੇ ਨਾਲ ਨਹੀਂ ਨਿਕਲੇ। ਉੱਧਰੋਂ ਸਿੱਧੂ ਮੂਸੇਵਾਲਾ ਨਿਕਲਿਆ ਅਤੇ ਉੱਧਰੋਂ ਸਾਰੀ ਜਾਣਕਾਰੀ ਜਿਹੜੀ ਸੀ ਉਹ ਅੱਗੇ ਕਾਤਲਾਂ ਨੂੰ ਕਨਵੇ ਕਰ ਦਿੱਤੀ ਗਈ ਹੈ, ਜਿਹੜੇ ਪਹਿਲਾਂ ਹੀ ਇਸ ਤਾੜ ਦੇ ਵਿੱਚ ਬੈਠੇ ਸੀ ਕਿ ਸਾਨੂੰ ਸਾਰੀ ਇਨਫੋਰਮੇਸ਼ਨ ਮਿਲੇ ਅਤੇ ਅਸੀਂ ਉਸ ਨਾਲ ਕਰੀਏ। ਜੇ ਆਪਾਂ ਇਸ ਥਿਊਰੀ ਨੂੰ ਸੱਚ ਮੰਨੀਏ ਤਾਂ, ਜੇ ਇਹ ਥਿਊਰੀ ਸੱਚ ਹੋਵੇ ਤਾਂ, ਕਿਉਂਕਿ ਇਹ ਜਿਹੜਾ ਕੁਐਸਚਨ ਮਾਰਕ ਹੈ ਸਾਰੀਆਂ ਥਿਊਰੀਆਂ ਦੇ ਉੱਤੇ ਨਾਲ ਦੀ ਨਾਲ ਹੀ ਲਟਕਦਾ ਰਹਿੰਦਾ ਕਿ ਇਹਨਾਂ ਦੇ ਵਿੱਚੋਂ ਕਿਹੜੀ ਥਿਊਰੀ ਸੱਚ ਹੈ, ਕਿਹੜੀ ਗੱਲ ਹਕੀਕਤ ਹੈ। ਕਿਉਂਕਿ ਸੱਚ ਦੀ ਪੁਸ਼ਟੀ ਉਦੋਂ ਤੱਕ ਨਹੀਂ ਹੋ ਸਕਦੀ ਜਿੰਨਾ ਚਿਰ ਤੱਕ ਜਿਹੜੇ 7 ਜਾਂ 8 ਗੈਂਗਸਟਰ ਸੀਗੇ, ਸ਼ਾਰਪ ਸ਼ੂਟਰ ਸੀ, ਜਿਨ੍ਹਾਂ ਨੇ ਗੋਲੀਆਂ ਚਲਾ ਕੇ ਸਿੱਧੂ ਮੂਸੇਵਾਲੇ ਦਾ ਕਤਲ ਕੀਤਾ ਹੈ, ਉਹਨਾਂ ਦੇ ਵਿੱਚੋਂ ਕੋਈ ਨਹੀਂ ਫੜਿਆ ਜਾਂਦਾ। ਸਭ ਤੋਂ ਪਹਿਲਾਂ ਗੱਲ ਇਹ ਤੁਰੀ ਸੀ ਜਿਸ ਦਿਨ ਕਤਲ ਹੋਇਆ, ਨਾਲ ਹੀ ਗੋਲਡੀ ਬਰਾੜ ਦਾ ਕੈਨੇਡਾ ਤੋਂ ਜਿਹੜੀ ਪੋਸਟ ਉਸਨੇ ਪਾ ਦਿੱਤੀ ਸੋਸ਼ਲ ਮੀਡੀਆ ਦੇ ਉੱਤੇ ਕਿ ਇਹਦੀ ਜ਼ਿੰਮੇਵਾਰੀ ਅਸੀਂ ਲੈਂਦੇ ਹਾਂ, ਇਹਦਾ ਕਤਲ ਅਸੀਂ ਕੀਤਾ ਹੈ, ਲਾਰੈਂਸ ਬਿਸ਼ਨੋਈ ਦੇ ਗੈਂਗ ਨੇ ਕੀਤਾ ਹੈ, ਉਸ ਦੇ ਗਰੋਹ ਨੇ ਕੀਤਾ ਹੈ। ਔਰ ਇਹ ਵੀ ਦੱਸਿਆ ਕਿ ਇਹਦਾ ਕਾਰਨ ਕੀ ਸੀ, ਕਿਉਂਕਿ ਜਿਹੜਾ ਸਾਡੇ ਗਰੁੱਪ ਦੇ ਬੰਦੇ ਸੀ, ਵਿੱਕੀ ਬਿੱਡੂ ਖੇੜਾ, ਗੁਰਲਾਲ ਬਰਾੜ, ਹੁਣ ਤਾਂ ਉਹਦੇ 'ਚ ਇੱਕ ਹੋਰ ਵੀ ਨਾਂ ਸ਼ਾਮਲ ਹੋ ਗਿਆ, ਔਰ ਇਹਨਾਂ ਦੇ ਕਤਲਾਂ ਲਈ ਸਿੱਧੂ ਮੂਸੇਵਾਲਾ ਜ਼ਿੰਮੇਵਾਰ ਸੀ। ਇਹ ਉਸ ਪੋਸਟ ਦੇ ਵਿੱਚ ਲਿਖਿਆ ਉਸਨੇ, ਗੋਲਡੀ ਬਰਾੜ ਨੇ। ਉਸ ਤੋਂ ਬਾਅਦ ਇਸ ਬਾਰੇ ਪੁੱਛਗਿੱਛ ਜਦੋਂ ਲਾਰੈਂਸ ਬਿਸ਼ਨੋਈ ਤੋਂ ਕੀਤੀ ਗਈ, ਕਿਉਂਕਿ ਲਾਰੈਂਸ ਬਿਸ਼ਨੋਈ ਦਾ ਨਾਂ ਆਇਆ, ਗੋਲਡੀ ਬਰਾੜ ਪੰਜਾਬ ਪੁਲਿਸ ਦੀ ਜਾਂ ਜਿਹੜੀਆਂ ਸੈਂਟਰ ਦੀਆਂ ਏਜੰਸੀਆਂ ਨੇ ਉਹਨਾਂ ਦੀ ਪਹੁੰਚ ਤੋਂ ਬਾਹਰ ਸੀ, ਪਰ ਜਿਹੜਾ ਲਾਰੈਂਸ ਬਿਸ਼ਨੋਈ ਹੈ ਉਹ ਉਹਨਾਂ ਦੀ ਪਹੁੰਚ ਵਿੱਚ ਸੀ। ਇਸ ਕਰਕੇ ਦਿੱਲੀ ਪੁਲਿਸ ਦੇ ਵਿਸ਼ੇਸ਼ ਸੈੱਲ ਨੇ ਉਸਨੂੰ ਰਿਮਾਂਡ 'ਤੇ ਲਿਆ, ਉਸ ਕੋਲੋਂ ਪੁੱਛਗਿੱਛ ਕੀਤੀ, ਔਰ ਪਹਿਲਾਂ ਖਬਰਾਂ ਇਹ ਵੀ ਆਈਆਂ ਕਿ ਲਾਰੈਂਸ ਬਿਸ਼ਨੋਈ ਜਿਹੜਾ ਹੈ ਉਹ ਸਹਿਯੋਗ ਨਹੀਂ ਕਰ ਰਿਹਾ, ਉਹ ਕੁਛ ਨਹੀਂ ਦੱਸ ਰਿਹਾ। ਬਾਅਦ 'ਚ ਉਸਨੇ ਇਹ ਵੀ ਦੱਸਿਆ ਕਿ ਇਹਦੇ ਨਾਲ ਸਾਡਾ ਇਸ ਕਤਲ ਨਾਲ ਕੋਈ ਸੰਬੰਧ ਨਹੀਂ ਹੈ, ਜਿਹੜੀ ਪੋਸਟ ਪਾਈ ਗਈ ਹੈ ਸਾਡਾ ਤਾਂ ਉਹਦੇ ਨਾਲ ਵੀ ਸੰਬੰਧ ਨਹੀਂ ਹੈ। ਤੀਜੀ ਗੱਲ ਜਿਹੜੀ ਸੀ ਫਿਰ ਬਾਅਦ 'ਚ ਉਹਨੇ ਕਹੀ, ਹਾਂ ਜੀ ਸਾਡਾ ਸੰਬੰਧ ਹੈ, ਮੈਂ ਹੀ ਗੋਲਡੀ ਬਰਾੜ ਨੂੰ ਫੋਨ ਕੀਤਾ ਸੀ 3 ਮਹੀਨੇ ਪਹਿਲਾਂ ਦੀ ਅਸੀਂ ਪਲੈਨਿੰਗ ਇਹ ਕਰਦੇ ਪਏ ਆ, ਮੈਂ ਹੀ ਉਸ ਨੂੰ ਕਿਹਾ ਸੀਗਾ ਕਿ ਸਿੱਧੂ ਮੂਸੇਵਾਲਾ ਦਾ ਕਤਲ ਕਰਾਉਣਾ ਹੈ, ਅਤੇ ਜਿਹੜਾ ਗੋਲਡੀ ਬਰਾੜ ਹੈ ਉਹ ਹੀ ਸਾਰਾ ਇਸ ਕਤਲ ਕਾਂਡ ਦਾ ਜਿਹੜਾ ਜੋ ਵੀ ਸਾਜ਼ਿਸ਼ ਘੜੀ ਗਈ ਹੈ, ਜੋ ਵੀ ਸਕੀਮ ਤਿਆਰ ਕੀਤੀ ਗਈ ਹੈ, ਵਿਉਂਤ ਤਿਆਰ ਕੀਤੀ ਗਈ, ਉਹ ਸਾਰੀ ਲਈ ਉਹ ਜ਼ਿੰਮੇਵਾਰ ਹੈ। ਉਸ ਤੋਂ ਬਾਅਦ ਉਸਨੇ ਇਹ ਗੱਲ ਕਹਿ ਦਿੱਤੀ। ਇਸ ਦੌਰਾਨ ਲਾਰੈਂਸ ਬਿਸ਼ਨੋਈ ਦਾ ਇੱਕ ਭਾਣਜਾ ਜਿਹੜਾ ਸਚਿਨ ਬਿਸ਼ਨੋਈ ਹੈ ਉਹ ਸਾਹਮਣੇ ਆ ਗਿਆ। ਸਚਿਨ ਬਿਸ਼ਨੋਈ ਨੇ ਕਿਹਾ ਜੀ ਗੋਲੀਆਂ ਚਲਾਉਣ ਵਾਲੇ ਜਿਹੜੇ ਬੰਦੇ ਉਹਦੇ ਵਿੱਚ ਤਾਂ ਮੈਂ ਸ਼ਾਮਲ ਸੀ, ਗੋਲੀਆਂ ਹੀ ਮੈਂ ਆਪ ਚਲਾਈਆਂ ਨੇ, ਸਿੱਧੂ ਮੂਸੇਵਾਲਾ ਨੂੰ ਮੈਂ ਆਪ ਮਾਰਿਆ। ਹੁਣ ਇੱਕ ਥਿਊਰੀ ਉਹਦੀ ਆ ਗਈ।
ਬਾਅਦ ਦੇ ਵਿੱਚ ਪੁਲਿਸ ਵੀ ਇਹ ਕਹਿਣ ਲੱਗ ਪਈ ਕਿ ਸਚਿਨ ਬਿਸ਼ਨੋਈ ਇਹਦੇ ਵਾਸਤੇ ਜ਼ਿੰਮੇਵਾਰ ਹੈ, ਮੁੱਖ ਰੂਪ ਦੇ ਵਿੱਚ ਜਿਹੜਾ ਸਾਜ਼ਿਸ਼ ਘਾੜਾ ਇਹਦਾ ਜਿਹਨੇ ਸਾਰੀ ਸਕੀਮ ਬਣਾਈ ਹੈ ਔਰ ਉਹ ਸਚਿਨ ਬਿਸ਼ਨੋਈ ਹੈ। ਹੁਣ ਇੰਨੀਆਂ ਸਾਰੀਆਂ ਥਿਊਰੀਆਂ ਦੇ ਵਿੱਚੋਂ ਜਿਹੜਾ ਆਮ ਵਿਅਕਤੀ ਹੈ ਜਾਂ ਸਾਡੇ ਸਰੋਤੇ ਨੇ ਮੰਨ ਲਓ ਜਾਂ ਹੋਰ ਲੋਕ ਨੇ ਜਿਹੜੇ ਮੀਡੀਆ ਦੇਖਦੇ ਨੇ, ਖਬਰਾਂ ਪੜ੍ਹਦੇ ਨੇ, ਉਹ ਕੀ ਸਮਝਣਗੇ ਕਿ ਇਹਦੇ ਵਿੱਚੋਂ ਕੀ ਹਕੀਕਤ ਹੈ। ਹੁਣ ਪੰਜਾਬ ਪੁਲਿਸ ਨੇ ਇਹ ਖੁਲਾਸਾ ਕੀਤਾ ਹੈ ਕਿ ਸਾਨੂੰ ਇੱਕ ਬੜੀ ਵੱਡੀ ਜਿਹੜੀ ਇਸ ਮਾਮਲੇ ਦੇ ਵਿੱਚ ਪ੍ਰਾਪਤੀ ਹੋਈ ਹੈ। ਸਾਨੂੰ ਉਹਨਾਂ 8 ਸ਼ਾਰਪ ਸ਼ੂਟਰ ਦੀ ਪਛਾਣ ਹੋ ਗਈ ਹੈ ਜਿਨ੍ਹਾਂ ਨੇ ਇਹ ਸਾਰਾ ਕਾਰਾ ਕੀਤਾ ਹੈ। ਮਤਲਬ ਹਜੇ ਉਹਨਾਂ ਦਾ ਪਤਾ ਲੱਗਿਆ ਕਿ ਇਹ ਕੌਣ ਸੀਗੇ। ਇਹਦੇ ਵਿੱਚ ਪੰਜਾਬ ਦੇ 3 ਦੱਸੇ ਜਾ ਰਹੇ ਨੇ, ਹਰਿਆਣਾ, ਰਾਜਸਥਾਨ ਅਤੇ ਮਹਾਰਾਸ਼ਟਰ ਦੇ, ਕੁੱਲ ਮਿਲਾ ਕੇ ਇਹ 8 ਲੋਕ ਨੇ। ਇਹ ਵੀ ਕਿਹਾ ਗਿਆ ਕਿ 2 ਹੋਰ ਸੀ ਜਿਹੜੇ ਬਾਹਰੋਂ ਇਹਨਾਂ ਨੂੰ ਸਪੋਰਟ ਦੇ ਰਹੇ ਸੀਗੇ, ਉਹ 10 ਬੰਦੇ ਨੇ। 10 ਦੀ ਹੀ ਪਛਾਣ ਕਰ ਲਈ ਗਈ ਹੈ ਅਤੇ ਹੁਣ ਇਹਨਾਂ 4 ਰਾਜਾਂ ਦੀ ਪੁਲਿਸ ਜਿਹੜੀ ਹੈ ਉਹ ਇਹਨਾਂ ਦੀ ਭਾਲ ਵਿੱਚ ਜੁਟ ਗਈ ਹੈ। ਇਹ ਕੋਈ ਜਿਹੜਾ ਹੈ ਆਸਾਨ ਕੰਮ ਨਹੀਂ ਹੈ ਐਡੇ ਵੱਡੇ ਦੇਸ਼ ਦੇ ਵਿੱਚ ਉਹਨਾਂ ਨੂੰ ਲੱਭਣਾ ਕਿ ਉਹ ਜਿਹੜੇ ਸੂਬੇ ਨਾਲ ਸੰਬੰਧਿਤ ਨੇ ਉਹ ਬਾਅਦ ਵਿੱਚ ਉੱਥੇ ਹੀ ਬੈਠੇ ਹੋਣਗੇ। ਇਹ ਵੀ ਕਿਹਾ ਗਿਆ ਕਿ ਜਾਂ ਉਹ ਉੱਤਰ ਪ੍ਰਦੇਸ਼ ਵਿੱਚ ਚਲੇ ਗਏ ਨੇ ਅਤੇ ਜਾਂ ਉਹ ਨੇਪਾਲ ਦੌੜ ਜਾਣਗੇ। ਇਸ ਤਰ੍ਹਾਂ ਦੀ ਵੀ ਮਤਲਬ ਥਿਊਰੀ ਜਿਹੜੀ ਹੈ ਉਹ ਵੀ ਇਹਦੇ ਵਿੱਚ ਚੱਲ ਰਹੀ ਹੈ। ਸੋ ਇਸ ਮੌਕੇ 'ਤੇ ਇਹ ਸਥਿਤੀ ਬਣੀ ਹੋਈ ਹੈ ਕਿ ਗੱਲ ਜਿਹੜੀ ਹੈ ਅਜੇ ਤੱਕ ਕਿਸੇ ਟਿਕਾਣੇ 'ਤੇ ਨਹੀਂ ਲੱਗ ਰਹੀ। ਆਪਾਂ ਜੇ ਕਹੀਏ ਭਾਵੇਂ 10 ਸ਼ਾਰਪ ਸ਼ੂਟਰ ਦੀ ਹਿੱਟ ਲਿਸਟ ਮਿਲ ਗਈ ਹੈ, ਭਾਵੇਂ 8 ਦੀ ਪਛਾਣ ਹੋ ਗਈ ਹੈ, ਉਹਨਾਂ ਦੀਆਂ ਫੋਟੋ ਵੀ ਅੱਜ ਜਾਰੀ ਕੀਤੀਆਂ ਗਈਆਂ ਨੇ, ਮੀਡੀਆ ਦੇ ਵਿੱਚ ਫੋਟੋ ਵੀ ਲੱਗੀਆਂ ਨੇ ਉਹਨਾਂ ਦੀਆਂ, ਪਰ ਹਕੀਕਤ ਜਿਹੜੀ ਹੈ ਉਹ ਅਜੇ ਤੱਕ ਅਸੀਂ ਸਮਝਦੇ ਹਾਂ ਕਿ ਉਹਦੇ ਤੋਂ ਸੁਰੱਖਿਆ ਏਜੰਸੀਆਂ ਵੀ ਦੂਰ ਹੀ ਨੇ, ਪੰਜਾਬ ਪੁਲਿਸ ਵੀ ਦੂਰ ਹੈ, ਦਿੱਲੀ ਦਾ ਜਿਹੜਾ ਪੁਲਿਸ ਦਾ ਵਿਸ਼ੇਸ਼ ਸੈੱਲ ਹੈ ਉਹ ਵੀ ਦੂਰ ਹੈ। ਹਾਲਾਂਕਿ ਦਿੱਲੀ ਪੁਲਿਸ ਦਾ ਜਿਹੜਾ ਵਿਸ਼ੇਸ਼ ਸੈੱਲ ਹੈ ਉਸਨੇ ਲਾਰੈਂਸ ਬਿਸ਼ਨੋਈ ਨੂੰ ਪਹਿਲਾਂ 5 ਦਿਨ ਦਾ ਰਿਮਾਂਡ ਖਤਮ ਹੋ ਜਾਣ ਤੋਂ ਬਾਅਦ ਇਹ ਤਵੱਕੋ ਕੀਤੀ ਜਾ ਰਹੀ ਸੀ ਕਿ ਪੰਜਾਬ ਪੁਲਿਸ ਲਾਰੈਂਸ ਬਿਸ਼ਨੋਈ ਨੂੰ ਪ੍ਰੋਡਕਸ਼ਨ ਵਾਰੰਟ ਦੇ ਉੱਤੇ ਲਿਆ ਕੇ ਉਹਦੇ ਕੋਲੋਂ ਪੁੱਛਗਿੱਛ ਕਰੇਗੀ, ਪਰ ਉਹ ਨਹੀਂ ਲਿਆ ਸਕੀ ਕਿਉਂਕਿ ਦਿੱਲੀ ਪੁਲਿਸ ਦੇ ਵਿਸ਼ੇਸ਼ ਸੈੱਲ ਨੇ ਹੀ ਉਸਦਾ 5 ਦਿਨ ਦਾ ਹੋਰ ਰਿਮਾਂਡ ਲੈ ਲਿਆ ਅਤੇ ਇਹ ਵੀ ਕਿਹਾ ਕਿ ਲਾਰੈਂਸ ਬਿਸ਼ਨੋਈ ਨੂੰ ਇਸ ਦੌਰਾਨ ਪੰਜਾਬ ਪੁਲਿਸ ਦੇ ਹਵਾਲੇ ਨਹੀਂ ਕੀਤਾ ਜਾਏਗਾ। ਇੱਕ ਗੱਲ ਹੋਰ ਉਹਦੇ ਵਿੱਚ ਜ਼ਿਕਰਯੋਗ ਹੈ ਜਿਹੜੀ ਉਹ ਆਈ ਹੈ ਕਿ ਜਦੋਂ ਹੁਣ ਇਸ ਵਾਰੀ ਉਹਦਾ ਰਿਮਾਂਡ ਲਿਆ ਗਿਆ ਹੈ ਅਤੇ ਉਹਦੇ ਵਿੱਚ ਸਿੱਧੂ ਮੂਸੇਵਾਲਾ ਕਤਲਕਾਂਡ ਦਾ ਕੋਈ ਜ਼ਿਕਰ ਨਹੀਂ। ਉਹਦੇ ਵਿੱਚ ਹੋਰ ਮਾਮਲਿਆਂ ਦੀ ਜਿਹੜੀ ਹੈ ਪੁੱਛਗਿੱਛ ਹੈ ਉਹਦੇ ਆਧਾਰ ਦੇ ਉੱਤੇ ਉਸਦਾ ਰਿਮਾਂਡ ਲਿਆ ਗਿਆ ਹੈ। ਜਿਹੜੀ ਹੁਣ ਇਹ ਵੀ ਗੱਲ ਸਮਝ ਤੋਂ ਬਾਹਰ ਹੈ ਕਿ ਪੁਲਿਸ ਇਸ ਵੇਲੇ ਕਿੰਨੀਆਂ ਥਿਊਰੀ 'ਤੇ ਕੰਮ ਕਰ ਰਹੀ ਹੈ, ਕਿਹੜੀ ਥਿਊਰੀ 'ਤੇ ਕੰਮ ਕਰ ਰਹੀ ਹੈ ਅਤੇ ਲਾਰੈਂਸ ਬਿਸ਼ਨੋਈ ਦੇ ਕੋਲੋਂ ਕੀ ਕੁਝ ਪੁੱਛਿਆ ਜਾਣਾ ਹੈ, ਕੀ ਕੁਝ ਦੱਸਿਆ ਜਾਣਾ ਹੈ। ਸੋ ਅਜੇ ਇਹ ਤੰਦਾਂ ਸਾਰੀਆਂ ਖਿਲਰੀਆਂ ਪਈਆਂ ਨੇ। ਇਹ ਜ਼ਰੂਰ ਕਿਹਾ ਜਾ ਰਿਹਾ ਕਿ ਇਹ ਤੰਦ ਇੱਕ ਸਾਡੇ ਹੱਥ ਲੱਗ ਗਈ ਹੈ, ਇੱਕ ਇਹ ਤੰਦ ਹੱਥ ਲੱਗ ਗਈ ਹੈ, ਪਰ ਇਹਨਾਂ ਸਾਰੀਆਂ ਨੂੰ ਇਕਜੁੱਟ ਹੋਣ ਵਿੱਚ ਅਤੇ ਉਸ ਸਾਰੇ ਕਤਲਕਾਂਡ ਦਾ ਮੂੰਹ ਮੱਥਾ ਬਣਨ ਵਿੱਚ, ਹਕੀਕਤ ਸਾਹਮਣੇ ਆਉਣ ਵਿੱਚ ਸ਼ਾਇਦ ਅਜੇ ਹੋਰ ਟਾਈਮ ਲੱਗੇਗਾ। ਜੀ ਹਾਂਜੀ ਸੰਧੂ ਸਾਹਿਬ, ਸਾਬਕਾ ਮੰਤਰੀ ਸਾਧੂ ਸਿੰਘ ਧਰਮਸੋਤ ਨੂੰ ਵਿਜੀਲੈਂਸ ਨੇ ਗ੍ਰਿਫਤਾਰ ਕਰ ਲਿਆ, ਇਹ ਕੀ ਮਾਮਲਾ ਜੀ? ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਵੇਲੇ ਜਿਹੜੇ ਸਾਧੂ ਸਿੰਘ ਧਰਮਸੋਤ ਨੇ ਉਹ ਜੰਗਲਾਤ ਮੰਤਰੀ ਸੀ ਜੀ, ਔਰ ਪਿਛਲੇ ਦਿਨੀ ਇੱਕ ਜੰਗਲਾਤ ਵਿਭਾਗ ਦੇ ਅਫਸਰ ਦੀ ਗ੍ਰਿਫਤਾਰੀ ਹੋਈ ਸੀ। ਉਸ ਕੋਲੋਂ ਕੁਝ ਇੰਕਸ਼ਾਫ ਜਿਹੜੇ ਉਹ ਹੋਏ ਨੇ ਕਿ ਸਾਧੂ ਸਿੰਘ ਧਰਮਸੋਤ ਜਿਹੜੇ ਆ ਇਹ ਰੁੱਖਾਂ ਦੀ ਕਟਾਈ ਵਾਸਤੇ ਪੈਸੇ ਲੈਂਦੇ ਸੀ, ਜਿਹੜੇ ਰੁੱਖ ਕਟਵਾਉਂਦੇ ਸੀ ਉਹਦੇ ਵਾਸਤੇ ਪੈਸੇ ਲੈਂਦੇ ਸੀ। ਇਹ ਵੀ ਪਤਾ ਲੱਗਿਆ ਕਿ ਇੱਕ ਰੁੱਖ ਕਟਵਾਉਣ ਦੇ ਉਹ 500 ਰੁਪਏ ਲੈਂਦੇ ਸੀ। ਇਸ ਕਰਕੇ ਉਹਦੇ ਦੁਆਲੇ ਵਿਜੀਲੈਂਸ ਦਾ ਸ਼ਿਕੰਜਾ ਜਿਹੜਾ ਉਹ ਪਿਛਲੇ ਕੁਝ ਦਿਨਾਂ ਤੋਂ ਕੱਸਿਆ ਜਾ ਰਿਹਾ ਸੀ, ਪਰ ਅੱਜ ਸਵੇਰੇ ਤੜਕੇ ਸਾਡੇ ਸਮੇਂ ਮੁਤਾਬਕ 3-4 ਵਜੇ ਦੇ ਕਰੀਬ ਉਸਦੇ ਘਰ ਤੋਂ ਅਮਲੋਹ ਤੋਂ ਗ੍ਰਿਫਤਾਰ ਕੀਤਾ ਗਿਆ ਹੈ। ਔਰ ਇਹ ਗ੍ਰਿਫਤਾਰੀ ਬਿਲਕੁਲ ਉਸ ਵੇਲੇ ਹੋਈ ਹੈ ਜਦੋਂ ਕਿ ਜਿਹੜੇ ਇਹਨਾਂ ਦੇ ਵੱਡੇ ਲੀਡਰ ਹੈ ਕੌਮੀ ਪੱਧਰ ਦੇ ਰਾਹੁਲ ਗਾਂਧੀ, ਉਹ ਪਿੰਡ ਮੂਸਾ ਵਿੱਚ ਆ ਰਹੇ ਨੇ ਮੂਸੇਵਾਲਾ ਦੇ ਕਤਲ ਦੇ ਸੰਬੰਧ ਵਿੱਚ ਉਹਦੇ ਪਰਿਵਾਰ ਨਾਲ ਅਫਸੋਸ ਕਰਨ ਵਾਸਤੇ ਜੀ। ਔਰ ਹੁਣ ਇਹਨੂੰ ਸਾਧੂ ਸਿੰਘ ਧਰਮਸੋਤ ਨੂੰ ਜਦੋਂ ਗ੍ਰਿਫਤਾਰ ਕੀਤਾ ਗਿਆ ਤਾਂ ਇੱਕ ਮਾਮਲਾ ਤਾਂ ਇਹ ਹੋ ਗਿਆ ਜਿਹੜਾ ਜੰਗਲਾਤ ਦੇ ਵਿੱਚੋਂ ਉਹਨਾਂ ਨੇ ਰੁੱਖ ਕਟਵਾਏ ਨੇ, ਕਿਉਂਕਿ ਆਮ ਆਦਮੀ ਪਾਰਟੀ ਨੇ ਇਹ ਗੱਲ ਕੀਤੀ ਸੀ ਕਿ ਅਸੀਂ ਭ੍ਰਿਸ਼ਟਾਚਾਰ ਨੂੰ ਸਹਿਣ ਨਹੀਂ ਕਰਾਂਗੇ, ਚਾਹੇ ਸਾਡੀ ਸਰਕਾਰ ਵਿੱਚ ਹੋਵੇ, ਚਾਹੇ ਇਸ ਤੋਂ ਪਹਿਲਾਂ ਵਾਲੀਆਂ ਸਰਕਾਰਾਂ 'ਚ ਹੋਵੇ, ਚਾਹੇ ਸਾਬਕਾ ਮੰਤਰੀ ਹੋਵੇ, ਚਾਹੇ ਮੌਜੂਦਾ ਮੰਤਰੀ ਹੋਵੇ। ਆਪਣੇ ਮੌਜੂਦਾ ਮੰਤਰੀ ਇੱਕ ਨੂੰ ਉਹਨਾਂ ਨੇ ਜਿਹੜੇ ਹੈਲਥ ਮਿਨਿਸਟਰ ਸੀ ਡਾਕਟਰ ਵਿਜੇ ਸਿੰਗਲਾ, ਪਿਛਲੇ ਦਿਨੀ ਉਹਨਾਂ ਨੂੰ ਗ੍ਰਿਫਤਾਰ ਕਰ ਲਿਆ ਸੀ, ਉਹ ਇਸ ਵੇਲੇ ਜੇਲ੍ਹ ਵਿੱਚ ਨੇ।
ਔਰ ਹੁਣ ਉਹਦੇ ਤੋਂ ਬਾਅਦ ਦੂਜਾ ਐਕਸ਼ਨ ਇਹ ਹੋਇਆ ਕਿ ਕਾਂਗਰਸ ਦੇ ਇਸ ਮੰਤਰੀ ਨੂੰ ਗ੍ਰਿਫਤਾਰ ਕਰ ਲਿਆ। ਉਹਦੀ ਪੋਲ ਸਾਰੀ ਜਿਹੜੀ ਹੈ ਉਹ ਜੰਗਲਾਤ ਅਫਸਰਾਂ ਨੇ ਖੋਲ੍ਹੀ ਹੈ, ਜਿਨ੍ਹਾਂ ਨੂੰ ਪਹਿਲਾਂ ਗ੍ਰਿਫਤਾਰ ਕੀਤਾ ਗਿਆ ਸੀ ਕਿ ਇਹ ਰੁੱਖ ਕਟਾਉਣ ਬਦਲੇ ਰਿਸ਼ਵਤ ਲੈਂਦੇ ਸੀ ਔਰ ਉਹ ਪੈਸਾ ਜਿਹੜਾ ਸਿੱਧਾ ਸਾਧੂ ਸਿੰਘ ਧਰਮਸੋਤ ਕੋਲ ਜਾਂਦਾ ਸੀ, ਉਹਦੇ ਵਿੱਚੋਂ ਹਾਲਾਂਕਿ ਕੁਝ ਹਿੱਸਾ ਜਿਹੜੇ ਅਫਸਰ ਸੀ ਉਹ ਵੀ ਲੈਂਦੇ ਸੀ। ਇੱਕ ਦੋਸ਼ ਉਹਨਾਂ ਦੇ ਉੱਤੇ ਹੋਰ ਵੀ ਲੱਗਾ ਆ, ਪਿਛਲੀ ਕਾਫੀ ਸਮੇਂ ਤੋਂ ਘਿਰੇ ਹੋਏ ਨੇ ਕਿ ਜਿਹੜਾ ਪੋਸਟ ਮੈਟ੍ਰਿਕ ਸਕਾਲਰਸ਼ਿਪ ਘੁਟਾਲਾ ਹੈ ਉਹਦੇ ਵਿੱਚ ਵੀ ਘਿਰੇ ਨੇ ਉਹ, ਕਿ ਕਾਲਜਾਂ ਅਤੇ ਯੂਨੀਵਰਸਿਟੀਆਂ ਨੂੰ ਜਿਹੜਾ ਪੈਸਾ ਸਕਾਲਰਸ਼ਿਪ ਦਾ ਦੇਣਾ ਸੀ ਉਹ ਨਹੀਂ ਦਿੱਤਾ ਗਿਆ, ਗਲਤ ਤਰੀਕੇ ਨਾਲ ਉਹ ਪੈਸੇ 'ਚ ਗੜਬੜ ਘੁਟਾਲਾ ਕੀਤਾ ਗਿਆ। ਉਹ ਕਰੋੜਾਂ ਰੁਪਏ ਦਾ ਸੀ। ਪਹਿਲਾਂ ਵੀ ਕੈਪਟਨ ਅਮਰਿੰਦਰ ਸਿੰਘ ਵੇਲੇ ਵੀ ਇਹ ਮਾਮਲਾ ਉੱਠਿਆ ਸੀ, ਪਰ ਉਸ ਤੋਂ ਬਾਅਦ ਇਸ ਜਾਂਚ ਨੂੰ ਠੰਡੇ ਬਸਤੇ ਵਿੱਚ ਪਾ ਦਿੱਤਾ ਗਿਆ। ਹੁਣ ਇਹ ਵੀ ਹੋ ਸਕਦਾ ਹੈ ਕਿ ਜੰਗਲਾਤ ਵਿਭਾਗ ਵਾਲੀ ਜਾਂਚ ਪੜਤਾਲ ਤੋਂ ਬਾਅਦ ਜਿਹੜਾ ਪੋਸਟ ਮੈਟ੍ਰਿਕ ਸਕਾਲਰਸ਼ਿਪ ਵਾਲਾ ਮਾਮਲਾ ਹੈ ਉਹ ਵੀ ਸਾਹਮਣੇ ਆ ਜਾਵੇ ਔਰ ਉਹਦੇ ਵਿੱਚ ਉਹਨਾਂ ਦੀ ਵੱਖਰਾ ਉਹਨਾਂ ਦੇ ਉੱਤੇ ਕੇਸ ਚੱਲੇ ਜਾਂ ਵੱਖਰੀ ਗ੍ਰਿਫਤਾਰੀ ਹੋਵੇ। ਕਾਂਗਰਸ ਦੇ ਆਪਾਂ ਸਮਝਦੇ ਹਾਂ ਕਿ ਜਿਹੜੀ ਕਾਂਗਰਸ ਪੰਜਾਬ ਦੇ ਵਿੱਚ ਸੀ ਉਹਦੇ ਕਾਫੀ ਮਾੜੇ ਹਾਲਾਤ ਚੱਲ ਰਹੇ ਨੇ। ਕਈ ਮੰਤਰੀ ਜਿਹੜੇ ਸੀ, ਸਾਬਕਾ ਮੰਤਰੀ, ਜਿਨ੍ਹਾਂ ਦੇ ਉੱਤੇ ਇਸ ਤਰ੍ਹਾਂ ਦੇ ਕੁਝ ਦੋਸ਼ਾਂ ਦੀ ਉਂਗਲੀ ਉੱਠ ਸਕਦੀ ਸੀ ਜਾਂ ਉੱਠੀ ਸੀ, ਉਹ ਛੱਡ ਕੇ ਭਾਰਤੀ ਜਨਤਾ ਪਾਰਟੀ ਦੇ ਵਿੱਚ ਸ਼ਾਮਲ ਹੋ ਰਹੇ ਨੇ, ਕਿਉਂਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਆਪ ਦੇ ਮੂੰਹੋਂ ਹੀ ਇਸ ਚੀਜ਼ ਦਾ ਇਕਬਾਲ ਕਰ ਗਏ ਸੀ ਕਿ ਮੇਰੀ ਸਰਕਾਰ ਦੇ ਕੁਝ ਮੰਤਰੀ ਅਤੇ ਕੁਝ ਨੇਤਾ ਜਿਹੜੇ ਨੇ ਉਹ ਭ੍ਰਿਸ਼ਟਾਚਾਰ ਦੇ ਵਿੱਚ ਸ਼ਾਮਲ ਨੇ, ਖਾਸ ਕਰਕੇ ਰੇਤਾ ਦੇ ਮਾਮਲੇ ਵਿੱਚ ਸ਼ਾਮਲ ਨੇ। ਔਰ ਉਹਨਾਂ ਨੇ ਸੂਚੀ ਵੀ ਦੇਣ ਬਾਰੇ ਗੱਲ ਕਹੀ ਸੀ ਕਿ ਮੁੱਖ ਮੰਤਰੀ ਭਗਵੰਤ ਮਾਨ ਜੇ ਮੇਰੇ ਕੋਲ ਸੂਚੀ ਮੰਗਣਗੇ ਤਾਂ ਮੈਂ ਉਹਨਾਂ ਨੂੰ ਉਹਨਾਂ ਮੰਤਰੀਆਂ ਦੀ ਸੂਚੀ ਦੇ ਦੇਵਾਂਗਾ। ਹਜੇ ਕਿ ਸੂਚੀ ਉਹਨਾਂ ਨੇ ਦਿੱਤੀ ਨਹੀਂ ਕਿ ਹੋਰ ਕੌਣ ਕੌਣ ਸ਼ਾਮਲ ਹੈ। ਧਰਮਸੋਤ ਬਾਰੇ ਵੀ ਸੂਚੀ ਉਹਨਾਂ ਨੇ ਨਹੀਂ ਦਿੱਤੀ, ਪਰ ਇਸ ਤੋਂ ਪਹਿਲਾਂ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਐਕਸ਼ਨ ਕਰਕੇ ਉਸ ਨੂੰ ਗ੍ਰਿਫਤਾਰ ਕਰ ਲਿਆ। ਹੁਣ ਦੇਖਣਾ ਇਹ ਹੈ ਕਿ ਜਿਹੜੇ ਬਾਕੀ ਦੇ ਮੰਤਰੀ ਦੱਸੇ ਜਾਂਦੇ ਨੇ ਕਿ ਕੈਪਟਨ ਅਮਰਿੰਦਰ ਸਿੰਘ ਉਹਨਾਂ ਦੀ ਲਿਸਟ ਜਿਹੜੀ ਹੈ ਉਹ ਆਮ ਆਦਮੀ ਪਾਰਟੀ ਦੀ ਸਰਕਾਰ ਨੂੰ ਦਿੰਦੇ ਨੇ ਕਿ ਨਹੀਂ, ਅਤੇ ਉਹਨਾਂ ਦੇ ਖਿਲਾਫ ਕੋਈ ਕਾਰਵਾਈ ਹੁੰਦੀ ਹੈ ਕਿ ਨਹੀਂ। ਫਿਲਹਾਲ ਸਾਧੂ ਸਿੰਘ ਧਰਮਸੋਤ ਜਿਹੜੇ ਨੇ ਉਹਨਾਂ ਨੂੰ ਵਿਜੀਲੈਂਸ ਨੇ ਗ੍ਰਿਫਤਾਰ ਕਰ ਲਿਆ ਅਤੇ ਅਗਲੀ ਪੁੱਛਗਿੱਛ ਉਹਨਾਂ ਤੋਂ ਜਾਰੀ ਹੈ ਕਿ ਉਹਨਾਂ ਕੋਲੋਂ ਕੀ ਵੇਰਵੇ ਪ੍ਰਾਪਤ ਹੁੰਦੇ ਨੇ। ਜੋ ਕੁਝ ਅਫਸਰਾਂ ਨੇ ਕਿਹਾ ਹੈ ਉੱਥੇ ਤੱਕ ਹੀ ਗੱਲ ਹੈ ਕਿ ਉਸ ਤੋਂ ਵੀ ਅੱਗੇ ਕੋਈ ਗੱਲ ਉਹਨਾਂ ਕੋਲੋਂ ਹੋਰ ਸਾਹਮਣੇ ਆਉਂਦੀ ਹੈ, ਆਪਾਂ ਉਸ ਦਾ ਇੰਤਜ਼ਾਰ ਕਰਦੇ ਹਾਂ। ਹਾਂਜੀ। ਤੇ ਸੰਧੂ ਸਾਹਿਬ, ਨਵਜੋਤ ਸਿੱਧੂ ਤੇ ਪ੍ਰਕਾਸ਼ ਸਿੰਘ ਬਾਦਲ ਦੀ ਤਬੀਅਤ ਵਿਗੜਨ ਦੀ ਖਬਰ ਆ ਰਹੀ ਹੈ ਤੇ ਦੋਨਾਂ ਨੂੰ ਪੀਜੀਆਈ ਦਾਖਲ ਕਰਾਇਆ ਗਿਆ। ਜਿਹੜੇ ਸੀਨੀਅਰ ਨੇਤਾ ਆਪਾਂ ਕਹਿ ਸਕਦੇ ਹਾਂ ਜਾਂ ਵੱਡੇ ਨੇਤਾ ਜਾਂ ਜਿਨ੍ਹਾਂ ਦਾ ਬਹੁਤ ਪੰਜਾਬ ਦੇ ਵਿੱਚ ਨਾਂ ਸੀਗਾ, ਉਹ ਉਹਨਾਂ ਦੇ ਉੱਤੇ ਕੋਈ ਇਸ ਵੇਲੇ ਨਾ ਜਿੱਦਾਂ 60 ਸਤੀ ਕਹਿੰਦੇ ਹੁੰਦੇ ਆ, 60 ਸਤੀ ਵਰਗੀ ਗੱਲ ਹੈ ਕੋਈ। ਹਜੇ ਆਪਾਂ ਪਹਿਲਾਂ ਨਵਜੋਤ ਸਿੱਧੂ ਦੀ ਖਬਰ ਆਈ ਸੀ ਕਿ ਉਹਨਾਂ ਦੀ ਸਿਹਤ ਖਰਾਬ ਹੋਈ ਆ, ਉਹਨਾਂ ਨੂੰ ਪੀਜੀਆਈ ਲੈ ਗਏ ਨੇ। ਉਸ ਤੋਂ ਬਾਅਦ ਦੇਰ ਰਾਤ ਜਿਹੜੇ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੇ ਉਹਨਾਂ ਦੀ ਖਬਰ ਆ ਗਈ ਕਿ ਉਹਨਾਂ ਨੂੰ ਕੋਈ ਸਮੱਸਿਆ ਹੋ ਗਈ ਹੈ, ਉਹ ਵੀ ਪੀਜੀਆਈ ਚਲੇ ਗਏ ਨੇ। ਔਰ ਇਹ ਤੜਕਸਾਰ ਇੱਕ ਖਬਰ ਹੋਰ ਵੀ ਆ ਗਈ ਹੈ ਇਹਦੇ ਵਿੱਚ ਕਿ ਕੈਪਟਨ ਅਮਰਿੰਦਰ ਸਿੰਘ ਜਿਹੜੇ ਨੇ ਉਹ ਵੀ ਬਿਮਾਰ ਹੋ ਗਏ ਨੇ। ਸੰਗਰੂਰ ਦੇ ਵਿੱਚ ਜਿਹੜੀ ਉਪ ਚੋਣ ਹੋਣੀ ਹੈ ਜਿਹਦੇ ਵਿੱਚ ਭਾਰਤੀ ਜਨਤਾ ਪਾਰਟੀ ਵੱਲੋਂ ਜਿਹੜੇ ਕੇਵਲ ਸਿੰਘ ਢਿੱਲੋਂ ਖੜੇ ਆ, ਜਿਹੜੇ ਸਾਰਿਆਂ ਦੇ ਸਾਂਝੇ ਉਮੀਦਵਾਰ ਹੈ, ਕੈਪਟਨ ਅਮਰਿੰਦਰ ਸਿੰਘ ਉਸ ਦੀ ਪ੍ਰਚਾਰ ਮੁਹਿੰਮ ਦੇ ਵਿੱਚ ਨਹੀਂ ਜਾ ਸਕਣਗੇ ਕਿਉਂਕਿ ਉਹਨਾਂ ਨੇ ਆਪਣਾ ਇਲਾਜ ਕਰਾਉਣ ਲਈ ਇੰਗਲੈਂਡ ਜਾਣਾ ਹੈ। ਸੋ ਨਵਜੋਤ ਸਿੱਧੂ, ਪ੍ਰਕਾਸ਼ ਸਿੰਘ ਬਾਦਲ, ਕੈਪਟਨ ਅਮਰਿੰਦਰ, ਇਹ ਜਿਹੜੇ ਤਿੰਨੇ ਨੇ ਇਸ ਵੇਲੇ ਐਕਟਿਵ ਜਿਹੜੀ ਸਿਆਸਤ ਹੈ ਉਹਦੇ ਤੋਂ ਇੱਕ ਤਰ੍ਹਾਂ ਨਾਲ ਆਪਾਂ ਕਹਿ ਸਕਦੇ ਹਾਂ ਕਿ ਪਾਸੇ ਹੋ ਗਏ ਨੇ ਕੁਝ ਸਮੇਂ ਵਾਸਤੇ, ਜਦ ਤੱਕ ਉਹ ਸਿਹਤਯਾਬ ਨਹੀਂ ਹੋ ਜਾਂਦੇ। ਪਟਿਆਲਾ ਜੇਲ੍ਹ ਦੇ ਵਿੱਚ ਨਵਜੋਤ ਸਿੱਧੂ 34 ਸਾਲ ਪੁਰਾਣੇ ਜਿਹੜੇ ਉਹ ਰੋਡ ਰੇਜ ਮਾਮਲਾ ਸੀ ਉਹਦੇ ਵਿੱਚ 1 ਸਾਲ ਦੀ ਸਜ਼ਾ ਕੱਟ ਰਹੇ ਨੇ। 1 ਸਾਲ ਦੀ ਸਜ਼ਾ ਉਹਨਾਂ ਨੂੰ ਬਾਮਸ਼ੱਕਤ ਹੋਈ ਸੀ, ਉਹਨਾਂ ਨੂੰ ਕੁਛ ਉੱਥੇ ਜੇਲ੍ਹ ਦਾ ਕੰਮ ਵੀ ਕਰਨਾ ਪੈਂਦਾ ਹੈ। ਜਿਸ ਵੇਲੇ ਉਹਨਾਂ ਨੇ ਸਰੈਂਡਰ ਕੀਤਾ ਸੀ ਉਦੋਂ ਹੀ ਉਹਨਾਂ ਨੇ ਕਿਹਾ ਸੀ ਕਿ ਮੇਰੀ ਸਿਹਤ ਖਰਾਬ ਹੈ। ਬਾਅਦ ਵਿੱਚ ਉਸ ਦੀ ਜਾਂਚ ਵੀ ਕਰਾਈ ਗਈ, ਜਿੰਦਰਾ ਹਸਪਤਾਲ ਦੇ ਵਿੱਚ ਉਹਨਾਂ ਦਾ ਬਕਾਇਦਾ ਮੁਆਇਨਾ ਹੋਇਆ, ਮੈਡੀਕਲ ਜਾਂਚ ਪੜਤਾਲ ਕੀਤੀ ਗਈ। ਡਾਕਟਰਾਂ ਨੇ ਕਿਹਾ ਕਿ ਇਹਨਾਂ ਨੂੰ ਸੱਚਮੁੱਚ ਕੋਈ ਪ੍ਰੋਬਲਮ ਹੈ, ਬਿਮਾਰੀ ਹੈ, ਇਸ ਕਰਕੇ ਇਹ ਜਿਹੜੀ ਨਾਰਮਲ ਰੂਟੀਨ ਦੀ ਰੋਟੀ ਹੈ, ਦਾਲ ਰੋਟੀ, ਉਹ ਨਹੀਂ ਖਾ ਸਕਦੇ, ਉਹਨਾਂ ਨੂੰ ਸਪੈਸ਼ਲ ਡਾਈਟ ਚਾਹੀਦੀ ਹੈ। ਔਰ ਉਹ ਰਿਕਮੈਂਡ ਕੀਤੀ ਗਈ ਜਿੰਦਰਾ ਹਸਪਤਾਲ ਵੱਲੋਂ ਔਰ ਜੇਲ੍ਹ ਪ੍ਰਸ਼ਾਸਨ ਨੂੰ ਉਹ ਮੁਹੱਈਆ ਕਰਵਾਈ ਗਈ ਉਹ ਲਿਸਟ ਕਿ ਇਹਨਾਂ ਨੂੰ ਇਸ ਢੰਗ ਦੇ ਨਾਲ ਇਹ ਖਾਣਾ ਦਿੱਤਾ ਜਾਣਾ ਚਾਹੀਦਾ ਹੈ। ਹੁਣ ਉਹ ਖਾਣਾ ਜਿਹੜਾ ਉਹਨਾਂ ਨੂੰ ਦਿੱਤਾ ਜਾ ਰਿਹਾ ਸੀ, ਜੇਲ੍ਹ ਪ੍ਰਸ਼ਾਸਨ ਮੁਹੱਈਆ ਕਰਵਾ ਰਿਹਾ ਹੈ ਕਿ ਨਵਜੋਤ ਸਿੱਧੂ ਆਪਣੇ ਖਰਚੇ ਦੇ ਉੱਤੇ ਲੈ ਰਿਹਾ, ਇਹ ਗੱਲ ਨਹੀਂ, ਪਰ ਉਹਨਾਂ ਨੂੰ ਖੁਰਾਕ ਉਹੀ ਮਿਲ ਰਹੀ ਹੈ ਜਿਹੜੀ ਡਾਕਟਰਾਂ ਨੇ ਕਹੀ ਹੈ। ਇਸ ਦੇ ਬਾਵਜੂਦ ਫਿਰ ਉਹਨਾਂ ਨੂੰ ਨਵਜੋਤ ਸਿੱਧੂ ਨੂੰ ਸਮੱਸਿਆ ਹੋਈ ਜੇਲ੍ਹ ਦੇ ਵਿੱਚ ਔਰ ਉਹਨਾਂ ਨੇ ਕਿਹਾ ਕਿ ਮੈਨੂੰ ਬਹੁਤ ਜ਼ਿਆਦਾ ਤਕਲੀਫ ਹੈ, ਬਹੁਤ ਜ਼ਿਆਦਾ ਪ੍ਰੋਬਲਮ ਹੈ। ਉਸ ਤੋਂ ਬਾਅਦ ਉਹਨਾਂ ਨੂੰ ਪੀਜੀਆਈ ਚੈੱਕ ਕਰਵਾਇਆ ਗਿਆ, ਕੁਝ ਟੈਸਟ ਕੀਤੇ ਗਏ ਪਹਿਲਾਂ ਉਹਨਾਂ ਦੇ ਕੱਲ੍ਹ, ਜਿਨ੍ਹਾਂ ਦੇ ਵਿੱਚ ਦੇਖਿਆ ਗਿਆ ਕਿ ਉਹਨਾਂ ਨੂੰ ਲੀਵਰ ਦੀ ਕਾਫੀ ਸਮੱਸਿਆ ਹੈ
ਤੇ ਹੋਰ ਵੀ ਟੈਸਟ ਉਹਨਾਂ ਦੇ ਕੀਤੇ ਜਾਣੇ ਸੀ। ਜਿਹੜੇ ਬਾਅਦ ਵਿੱਚ ਟੈਸਟ ਕੀਤੇ ਗਏ ਉਸ ਤੋਂ ਬਾਅਦ ਇਹ ਫੈਸਲਾ ਹੋਇਆ ਕਿ ਉਹਨਾਂ ਨੂੰ ਐਡਮਿਟ ਕਰ ਲਿਆ ਜਾਵੇ, ਉਹਨਾਂ ਨੂੰ ਦਾਖਲ ਕਰ ਲਿਆ ਗਿਆ। ਪ੍ਰਕਾਸ਼ ਸਿੰਘ ਬਾਦਲ ਨੇ ਕੱਲ੍ਹ ਇਹ ਸ਼ਿਕਾਇਤ ਕੀਤੀ ਸੀ ਕਿ ਉਹਨਾਂ ਨੂੰ ਪੇਟ ਦੇ ਵਿੱਚ ਪ੍ਰੋਬਲਮ ਹੈ, ਉਹਨਾਂ ਨੂੰ ਕੁਛ ਵੋਮਟਿੰਗ ਵੀ ਆਈ ਇਸ ਢੰਗ ਦੇ ਨਾਲ ਕਿ ਕਾਫੀ ਮਾਮਲਾ ਸੀਰੀਅਸ ਸੀਗਾ, ਜਿਸ ਤੋਂ ਬਾਅਦ ਉਹਨਾਂ ਨੂੰ PGI ਲਿਜਾਇਆ ਗਿਆ ਤੇ ਉਹਨਾਂ ਨੂੰ ਵੀ ਉੱਥੇ ਦਾਖਲ ਕਰ ਲਿਆ PGI ਦੇ ਵਿੱਚ। ਉਹ ਦੋਨੋਂ ਇਸ ਵੇਲੇ PGI ਦੇ ਵਿੱਚ ਜੇਰੇ ਇਲਾਜ ਨੇ। ਅਗਲੀ ਖਬਰ ਜਿਹੜੀ ਹੈ ਉਹਨਾਂ ਦੀ ਸਿਹਤ ਬਾਰੇ ਕੋਈ ਬੁਲੇਟਿਨ ਉੱਥੋਂ ਅਜੇ ਤੱਕ ਜਾਰੀ ਨਹੀਂ ਹੋਇਆ ਕਿ ਉਹਨਾਂ ਦੀ ਕੀ ਸਥਿਤੀ ਹੈ, ਕੀ ਪੋਜੀਸ਼ਨ ਹੈ। ਜਿੱਦਾਂ ਜਿੱਦਾਂ ਆਵੇਗੀ ਆਪਾਂ ਸਰੋਤਿਆਂ ਨਾਲ ਜ਼ਰੂਰ ਸਾਂਝੀ ਕਰਾਂਗੇ। ਤੇ ਕੈਪਟਨ ਅਮਰਿੰਦਰ ਸਿੰਘ ਜਿਹੜੇ ਨੇ ਉਹ ਇੰਗਲੈਂਡ ਜਾ ਰਹੇ ਨੇ। ਉਹਨਾਂ ਦੇ ਪਿੱਠ ਦੇ ਵਿੱਚ ਬਹੁਤ ਜ਼ਿਆਦਾ ਦਰਦ ਹੈ। ਪਿਛਲੇ ਦਿਨੀ ਉਹਨਾਂ ਨੇ ਇਲਾਜ ਕਰਵਾਇਆ ਸੀ, ਪਰ ਇਲਾਜ ਤੋਂ ਬਾਅਦ ਫਿਰ ਦੁਬਾਰਾ ਉਹਨਾਂ ਨੂੰ ਦਰਦ ਹੋ ਗਿਆ ਤਾਂ ਡਾਕਟਰਾਂ ਨੇ ਕਿਹਾ ਕਿ ਇਹਦੀ ਸਰਜਰੀ ਕਰਵਾਉਣੀ ਪਏਗੀ। ਉਹ ਸਰਜਰੀ ਕਰਵਾਉਣ ਲਈ ਇੰਗਲੈਂਡ ਵਿੱਚ ਜਾ ਰਹੇ ਨੇ। ਪਹਿਲਾਂ ਵੀ ਉਹ ਉੱਥੋਂ ਇਲਾਜ ਕਰਵਾਉਂਦੇ ਰਹੇ ਨੇ। ਤੋ ਇਹ ਤਿੰਨੇ ਨੇਤਾ ਇਸ ਵੇਲੇ ਜਿਹੜੇ ਨੇ ਉਹ ਸਿਹਤ ਸਮੱਸਿਆਵਾਂ ਨਾਲ ਜੂਝ ਰਹੇ ਨੇ। ਹਾਂਜੀ ਸੰਧੂ ਸਾਹਿਬ, ਸੰਗਰੂਰ ਦੀ ਉਪ ਚੋਣ 23 ਤਰੀਕ ਨੂੰ ਹੋਣੀ ਹੈ ਤੇ ਹੁਣ ਸਾਰੀਆਂ ਧਿਰਾਂ ਵੱਲੋਂ ਆਪਣੇ ਉਮੀਦਵਾਰਾਂ ਦੇ ਨਾਂ ਜਾਰੀ ਕਰ ਦਿੱਤੇ ਗਏ ਨੇ ਤੇ ਅੱਜ ਵੱਖ-ਵੱਖ ਉਮੀਦਵਾਰਾਂ ਨੇ ਆਪਣੇ ਨਾਮਜ਼ਦਗੀ ਦੇ ਪੇਪਰ ਭਰੇ। ਤਕਰੀਬਨ ਜਿੰਨੀਆਂ ਪ੍ਰਮੁੱਖ ਪਾਰਟੀਆਂ ਨੇ ਸਾਰਿਆਂ ਵੱਲੋਂ ਹੁਣ ਤੱਕ ਕਾਗਜ਼ ਦਾਖਲ ਕਰ ਦਿੱਤੇ ਗਏ, ਕਿਉਂਕਿ ਕੱਲ੍ਹ ਆਖਰੀ ਤਰੀਕ ਸੀ ਨੋਮੀਨੇਸ਼ਨ ਫਾਈਲ ਕਰਨ ਦੀ, ਜਿਹਦੇ ਵਿੱਚ ਕਾਂਗਰਸ ਵੱਲੋਂ, ਭਾਰਤੀ ਜਨਤਾ ਪਾਰਟੀ ਵੱਲੋਂ, ਅਕਾਲੀ ਦਲ ਵੱਲੋਂ, ਆਮ ਆਦਮੀ ਪਾਰਟੀ ਵੱਲੋਂ ਪਹਿਲਾਂ ਹੀ ਕਾਗਜ਼ ਦਾਖਲ ਕੀਤੇ ਜਾ ਚੁੱਕੇ ਨੇ। ਔਰ ਜਿਹੜਾ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਹੈ ਉਹਦੇ ਸਿਮਰਨਜੀਤ ਸਿੰਘ ਮਾਨ ਉਹ ਵੀ ਪਹਿਲਾਂ ਕਾਗਜ਼ ਭਰ ਚੁੱਕੇ ਨੇ। ਹੁਣ ਕੱਲ੍ਹ ਆਖਰੀ ਦਿਹਾੜੇ ਦੇ ਮੌਕੇ ਉੱਤੇ ਇੱਕ ਸ਼੍ਰੋਮਣੀ ਅਕਾਲੀ ਦਲ ਅਤੇ ਬਹੁਜਨ ਸਮਾਜ ਪਾਰਟੀ ਵੱਲੋਂ ਸਾਂਝੇ ਤੌਰ 'ਤੇ ਉਮੀਦਵਾਰ ਐਲਾਨਿਆ ਗਿਆ ਹੈ ਰਾਜੋਆਣਾ ਦੀ ਭੈਣ ਨੂੰ, ਕਮਲਦੀਪ ਕੌਰ ਰਾਜੋਆਣਾ ਨੂੰ। ਦੂਜੇ ਪਾਸੇ ਭਾਰਤੀ ਜਨਤਾ ਪਾਰਟੀ, ਪੰਜਾਬ ਲੋਕ ਕਾਂਗਰਸ ਜਿਹੜੀ ਕੈਪਟਨ ਅਮਰਿੰਦਰ ਸਿੰਘ ਦੀ ਹੈ, ਅਤੇ ਸ਼੍ਰੋਮਣੀ ਅਕਾਲੀ ਦਲ ਸੰਯੁਕਤ ਜਿਹੜਾ ਉਹਨਾਂ ਨੇ ਆਪਣਾ ਉਮੀਦਵਾਰ ਬਣਾਇਆ ਕੇਵਲ ਸਿੰਘ ਢਿੱਲੋਂ ਨੂੰ। ਕੇਵਲ ਸਿੰਘ ਢਿੱਲੋਂ ਜਿਹੜੇ ਕਿ 2-3 ਦਿਨ ਪਹਿਲਾਂ ਹੀ ਕਾਂਗਰਸ ਛੱਡ ਕੇ ਤੇ ਭਾਰਤੀ ਜਨਤਾ ਪਾਰਟੀ ਵਿੱਚ ਸ਼ਾਮਲ ਹੋਏ ਨੇ। ਤੇ ਕਾਂਗਰਸ ਪਾਰਟੀ ਨੇ ਦਲਵੀਰ ਸਿੰਘ ਗੋਲਡੀ ਨੂੰ ਆਪਣਾ ਉਮੀਦਵਾਰ ਉੱਥੋਂ ਬਣਾਇਆ, ਜਿਹੜੇ ਪਿਛਲੀ ਅਸੈਂਬਲੀ ਚੋਣਾਂ ਵਿੱਚ ਭਗਵੰਤ ਮਾਨ ਦੇ ਮੁਕਾਬਲੇ ਖੜੇ ਸੀ ਔਰ ਹਾਰ ਗਏ ਸੀ ਚੋਣ। ਔਰ ਇਹ ਸਾਰੇ ਇਸ ਵੇਲੇ ਮੈਦਾਨ ਵਿੱਚ ਨੇ, ਮੈਦਾਨ ਭਖ ਪਿਆ। ਹੁਣ ਇਸ ਵੇਲੇ ਕਿਆਸਰਾਈਆਂ ਇਹ ਲੱਗ ਰਹੀਆਂ ਨੇ ਕਿ ਇਹਨਾਂ ਦੇ ਵਿੱਚੋਂ ਕਿਹੜਾ ਬੰਦਾ ਜਿੱਤ ਵੱਲ ਵਧੇਗਾ, ਕੌਣ ਅੱਗੇ ਜਾਵੇਗਾ। ਹਜੇ ਕਿ ਜਿਵੇਂ ਚੋਣ ਪ੍ਰਚਾਰ ਮੁਹਿੰਮ ਜਿਹੜੀ ਉਹ ਚੱਲੇਗੀ ਉਹਦੇ ਵਿੱਚ ਵੀ ਕਈ ਗੱਲਾਂ ਕਲੀਅਰ ਹੋਣਗੀਆਂ, ਪਰ ਕੁਝ ਚੀਜ਼ਾਂ ਜਿਹੜੀਆਂ ਨੇ ਉਹ ਇਸ ਵੇਲੇ ਵੀ ਸਾਹਮਣੇ ਨੇ। ਇੱਕ ਤਾਂ ਇਹ ਆ ਕਿ ਇਹਨਾਂ ਪਾਰਟੀਆਂ ਵਿੱਚੋਂ ਕੋਈ ਵੀ ਉਮੀਦਵਾਰ ਜਿਹੜਾ ਉਹ ਇੰਨਾ ਜ਼ਿਆਦਾ ਲੋਕਪ੍ਰਿਯ ਨਹੀਂ ਹੈ ਕਿ ਜਿਹੜਾ ਸਮੁੱਚੇ ਤੌਰ 'ਤੇ ਉੱਥੋਂ ਦੀ ਜਨਤਾ ਦੀ ਪਸੰਦ ਹੋਵੇ ਤੇ ਜਨਤਾ ਜਿਹੜੀ ਉਹ ਅੱਖਾਂ ਮੀਟ ਕੇ ਉਸ ਨੂੰ ਵੋਟ ਪਾ ਦੇਵੇ। ਸਾਰੀਆਂ ਧਿਰਾਂ ਨੇ ਇਹਨਾਂ 5 ਉਮੀਦਵਾਰਾਂ ਦੇ ਵਿੱਚੋਂ ਸੋਚ ਸਮਝ ਕੇ ਚੁਣ ਕੇ ਵੋਟਾਂ ਪਾਉਣੀਆਂ ਨੇ। ਆਮ ਆਦਮੀ ਪਾਰਟੀ ਦੀ ਸਰਕਾਰ ਹੈ, ਆਮ ਆਦਮੀ ਪਾਰਟੀ ਦੀ ਸਰਕਾਰ ਦਾ ਜਿਹੜਾ ਲਾਹਾ ਉੱਥੇ ਦੇ ਉਮੀਦਵਾਰ ਨੂੰ ਮਿਲ ਸਕਦਾ ਹੈ। ਮੁੱਖ ਮੰਤਰੀ ਉਸ ਹਲਕੇ ਨਾਲ ਸੰਬੰਧਿਤ ਹੈ, ਉਹਦਾ ਲਾਹਾ ਵੀ ਉਸ ਨੂੰ ਆਮ ਆਦਮੀ ਪਾਰਟੀ ਦੇ ਉਮੀਦਵਾਰ ਨੂੰ ਮਿਲ ਸਕਦਾ ਹੈ। ਪਰ ਉਹਦੇ ਖਿਲਾਫ ਜਿਹੜਾ ਸਿੱਧੂ ਮੂਸੇਵਾਲਾ ਕਤਲकांड ਹੈ ਇਹ ਆਮ ਆਦਮੀ ਪਾਰਟੀ ਦੇ ਉਮੀਦਵਾਰ ਦੇ ਖਿਲਾਫ ਭੁਗਤੇਗਾ। ਖਾਸ ਕਰਕੇ ਜਿਹੜਾ ਨੌਜਵਾਨ ਵਰਗ ਹੈ ਉਹਦੇ ਵਿੱਚ ਬਹੁਤ ਜ਼ਿਆਦਾ ਗੁੱਸਾ ਹੈ ਔਰ ਉਹ ਇਸ ਗੁੱਸੇ ਨੂੰ ਕਿਵੇਂ ਪ੍ਰਗਟ ਕਰਨਗੇ, ਉਹਨਾਂ ਦੇ ਕੋਲ ਹੋਰ ਕੋਈ ਢੰਗ ਨਹੀਂ, ਉਹ ਵੋਟਾਂ ਦੇ ਰਾਹੀਂ ਪ੍ਰਗਟ ਕਰ ਸਕਦੇ ਨੇ। ਸੰਗਰੂਰ ਤੇ ਮਾਨਸਾ ਜਿਹੜੇ ਨੇ ਉਹ ਬਿਲਕੁਲ ਨਾਲੋਂ ਨਾਲ ਨੇ ਔਰ ਮਾਨਸਾ ਦੇ ਵਿੱਚ ਜੋ ਕੁਝ ਵਾਪਰਿਆ ਉਹ ਸੰਗਰੂਰ ਦੇ ਉੱਤੇ ਉਹਦਾ ਅਸਰ ਪੈਣਾ ਸੁਭਾਵਿਕ ਹੈ। ਬਲਕਿ ਇਹ ਇਕੱਲਾ ਸੰਗਰੂਰ ਦੀ ਗੱਲ ਨਹੀਂ ਹੈ, ਇਹ ਪੂਰੇ ਪੰਜਾਬ ਦੇ ਵਿੱਚ ਜਾਂ ਪੂਰੇ ਹਿੰਦੁਸਤਾਨ ਵਿੱਚ ਜਾਂ ਵਿਦੇਸ਼ਾਂ ਵਿੱਚ ਵੀ ਇਸ ਤਰ੍ਹਾਂ ਦਾ ਦ੍ਰਿਸ਼ ਬਣਿਆ ਹੈ ਕਿ ਅੱਜ ਵੀ ਉਹਨਾਂ ਦੇ ਸਿੱਧੂ ਮੂਸੇਵਾਲਾ ਦੀ ਯਾਦ ਵਿੱਚ ਥਾਂ ਤੇ ਕੈਂਡਲ ਮਾਰਚ ਕੀਤੇ ਜਾ ਰਹੇ ਨੇ, ਸ਼ਾਂਤੀ ਮਾਰਚ ਕੀਤੇ ਜਾ ਰਹੇ ਨੇ, ਸ਼ਰਧਾਂਜਲੀ ਸਮਾਗਮ ਕੀਤੇ ਜਾ ਰਹੇ ਨੇ, ਉਹਨਾਂ ਨੂੰ ਯਾਦ ਕੀਤਾ ਜਾ ਰਿਹਾ ਹੈ। ਨੌਜਵਾਨਾਂ ਦੇ ਵਿੱਚ ਇਸ ਤਰ੍ਹਾਂ ਦੀ ਬੜੀ ਜਿਹੜੀ ਹੋੜ ਲੱਗੀ ਹੋਈ ਹੈ ਔਰ ਕੱਲ੍ਹ ਨੂੰ ਉਹਨਾਂ ਦਾ ਜਿਹੜਾ ਪਾਠ ਦਾ ਭੋਗ ਵੀ ਉਹਨਾਂ ਨਿਮਿਤ ਪਾਇਆ ਜਾਣਾ ਹੈ, ਸ਼ਰਧਾਂਜਲੀ ਸਮਾਗਮ ਵੀ ਹੋਣਾ ਹੈ। ਪਰਿਵਾਰ ਵੱਲੋਂ ਸੱਦਾ ਦਿੱਤਾ ਗਿਆ ਨੌਜਵਾਨ ਵਰਗ ਨੂੰ ਕਿ ਤੁਸੀਂ ਦਸਤਾਰਾਂ ਸਜਾ ਕੇ ਇਸ ਸ਼ਰਧਾਂਜਲੀ ਸਮਾਗਮ ਦੇ ਵਿੱਚ ਸ਼ਾਮਲ ਹੋਣਾ ਹੈ। ਕੱਲ੍ਹ ਉੱਥੇ ਜਿਹੜਾ ਸ਼ਰਧਾਂਜਲੀ ਸਮਾਗਮ ਹੋਵੇਗਾ ਉਹ ਵੀ ਇਸ ਚੋਣ ਦੇ ਨਜ਼ਰੀਏ ਤੋਂ ਕੁਝ ਸੁਨੇਹਾ ਜ਼ਰੂਰ ਦੇਵੇਗਾ ਕਿ ਉੱਥੇ ਕੀ ਕੁਝ ਬੋਲਿਆ ਜਾਂਦਾ ਹੈ, ਕੀ ਕੁਝ ਕਿਹਾ ਜਾਂਦਾ ਹੈ ਅਤੇ ਕਿੰਨੀ ਕੁ ਗਿਣਤੀ ਦੇ ਵਿੱਚ ਲੋਕ ਉੱਥੇ ਇਕੱਠੇ ਹੁੰਦੇ ਨੇ। ਕਿਉਂਕਿ ਸਾਰੀਆਂ ਪਾਰਟੀਆਂ ਜਿਹੜੀਆਂ ਨੇ ਉਹਨਾਂ ਨੇ ਬੇਸ਼ੱਕ ਮੌਕੇ ਉੱਤੇ ਤਾਂ ਇਸ
ਭਿਆਨਕ ਜਿਹੜਾ ਕਤਲकांड ਹੋਇਆ ਉਹਨੂੰ ਲੈ ਕੇ ਉਹਨਾਂ ਦੇ ਪਰਿਵਾਰ ਨਾਲ ਹਮਦਰਦੀ ਕੀਤੀ ਜਾਂਦੀ ਹੈ, ਦੁੱਖ ਦਾ ਇਜ਼ਹਾਰ ਕੀਤਾ ਜਾਂਦਾ ਹੈ, ਕਤਲ ਦੇ ਮਾਮਲੇ 'ਚ ਅਫਸੋਸ ਪ੍ਰਗਟ ਕੀਤਾ ਜਾਂਦਾ ਹੈ। ਪਰ ਜਦੋਂ ਸਿਆਸੀ ਲੋਕ ਜਾਂਦੇ ਨੇ ਤਾਂ ਉਹਦੇ ਨਾਲ ਆਪਣਾ ਕੁਝ ਨਾ ਕੁਝ ਸਿਆਸੀ ਲਾਹਾ ਲੈਣ ਦੀ ਕੋਸ਼ਿਸ਼ ਵੀ ਉਹਨਾਂ ਦੀ ਜ਼ਰੂਰ ਹੁੰਦੀ ਹੈ, ਕਿਉਂਕਿ ਜਿਹੜੀ ਪਾਰਟੀ ਦਾ ਨੇਤਾ ਕੋਈ ਨਹੀਂ ਜਾਵੇਗਾ ਜਾਂ ਜਿਸ ਪਾਰਟੀ ਦੇ ਲੋਕ ਨਹੀਂ ਜਾਣਗੇ ਉਹ ਸਿੱਧਾ ਹੀ ਲੋਕਾਂ ਦੀ ਨਜ਼ਰ ਵਿੱਚ ਆ ਜਾਂਦਾ ਕਿ ਇਸ ਪਾਰਟੀ ਦੇ ਲੋਕ ਤਾਂ ਉੱਥੇ ਆਏ ਹੀ ਨਹੀਂ, ਇਸ ਪਾਰਟੀ ਦੇ ਲੋਕ ਤਾਂ ਉਹਦੇ ਘਰ ਪਹੁੰਚੇ ਹੀ ਨਹੀਂ। ਇਸ ਕਰਕੇ ਸ਼੍ਰੋਮਣੀ ਅਕਾਲੀ ਦਲ, ਭਾਰਤੀ ਜਨਤਾ ਪਾਰਟੀ, ਆਮ ਆਦਮੀ ਪਾਰਟੀ, ਕਾਂਗਰਸ ਸਾਰੇ ਉੱਥੇ ਪੁੱਜੇ ਨੇ। ਇੱਥੋਂ ਤੱਕ ਕਿ ਬਾਲੀਵੁੱਡ ਦੇ ਸਟਾਰ ਸੰਜੇ ਦੱਤ ਵਰਗੇ, ਕਿਸਾਨ ਨੇਤਾ ਰਾਕੇਸ਼ ਟਕੈਤ ਵਰਗੇ ਉਹ ਵੀ ਸਾਰੇ ਪਹੁੰਚੇ ਨੇ। ਅੱਜ ਉੱਥੇ ਰਾਹੁਲ ਗਾਂਧੀ, ਪ੍ਰਿਯੰਕਾ ਗਾਂਧੀ ਦੇ ਪਹੁੰਚਣ ਦੀ ਵੀ ਸੰਭਾਵਨਾ ਹੈ। ਇਸ ਤਰ੍ਹਾਂ ਦੀਆਂ ਖਬਰਾਂ ਜਾਰੀ ਹੋਈਆਂ ਨੇ ਕਿ ਉਹ ਵੀ ਪਹੁੰਚਣਗੇ, ਪਰਿਵਾਰ ਨਾਲ ਦੁੱਖ ਸਾਂਝਾ ਕਰਨਗੇ। ਇਹ ਦੁੱਖ ਵੀ ਸਾਂਝਾ ਕਰਦੇ ਨੇ ਤੇ ਨਾਲ ਇਸ ਚੀਜ਼ ਦਾ ਇਹ ਵੀ ਹੁੰਦਾ ਕਿ ਅਸੀਂ ਬਹੁਤ ਹਮਦਰਦ ਹਾਂ ਲੋਕਾਂ ਦੇ, ਇਸ ਕਰਕੇ ਲੋਕ ਜਿਹੜੇ ਨੇ ਉਹ ਸਾਡੀ ਪਾਰਟੀ ਨੂੰ ਵੋਟ ਪਾਉਣ। ਇਹ ਮੁੱਦਾ ਉੱਥੇ ਇਸ ਵਾਰ ਉੱਥੇ ਕੋਈ ਹੋਰ ਮੁੱਦੇ ਜਿਹੜੇ ਨੇ ਹੋ ਸਕਦਾ ਉਹਨਾਂ ਦੀ ਗੱਲ ਵੀ ਕੀਤੀ ਜਾਵੇ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਜਿਹੜੀ ਸੀ ਉਹ ਕਿਹੜੇ ਵਾਅਦੇ ਕਰਕੇ, ਕਿਹੜੇ ਗੱਲਾਂ ਕਰਕੇ ਸੱਤਾ ਦੇ ਵਿੱਚ ਆਈ ਹੈ, ਉਹਨਾਂ 'ਚੋਂ ਕਿਹੜੀ ਪੂਰੀ ਹੋਈ, ਕਿਹੜੀ ਪੂਰੀ ਨਹੀਂ ਹੋਈ। ਪਰ ਸਭ ਤੋਂ ਵੱਡਾ ਮੁੱਦਾ ਜਿਹੜਾ ਹੈ ਉਹ ਇਹ ਹੈ ਜਿਹਨੂੰ ਸਾਰੀਆਂ ਪਾਰਟੀਆਂ ਉੱਥੇ ਕੈਸ਼ ਕਰਾਉਣ ਦੀ ਕੋਸ਼ਿਸ਼ ਕਰਨਗੀਆਂ। ਸੋ ਵੱਖ-ਵੱਖ ਉਮੀਦਵਾਰ ਜਿਹੜੇ ਉਹ ਮੈਦਾਨ ਦੇ ਵਿੱਚ ਨਿਕਲ ਚੁੱਕੇ ਨੇ। ਭਗਵੰਤ ਮਾਨ ਉੱਥੋਂ ਪਹਿਲਾਂ 2 ਵਾਰੀ ਸੰਸਦ ਮੈਂਬਰ ਰਹੇ ਨੇ। 2014 ਦੇ ਵਿੱਚ ਜਦੋਂ ਉਹ ਸੰਸਦ ਮੈਂਬਰ ਬਣੇ ਸੀ ਤਾਂ ਉਹਨਾਂ ਨੂੰ 5,33,000 ਦੇ ਕਰੀਬ ਵੋਟ ਪੋਲ ਹੋਏ ਸੀ, ਔਰ ਜਦੋਂ ਉਹਨਾਂ ਨੇ ਦੂਜੀ ਵਾਰ ਇਲੈਕਸ਼ਨ ਲੜੀ ਹੈ ਤੇ ਉਦੋਂ ਤੱਕ ਉਹਨਾਂ ਦਾ ਇਹ ਗ੍ਰਾਫ ਘਟ ਗਿਆ ਸੀ। ਪਹਿਲੀ ਵਾਰ 48% ਵੋਟ ਉਹਨਾਂ ਨੂੰ ਮਿਲੇ ਕੁੱਲ ਵੋਟ ਦੇ ਵਿੱਚੋਂ, ਤੇ ਜਦੋਂ 2019 ਵਿੱਚ ਉਹਨਾਂ ਨੇ ਉਹ ਪਾਰਲੀਮੈਂਟਰੀ ਚੋਣ ਲੜੀ ਉਸ ਵੇਲੇ ਉਹਨਾਂ ਨੂੰ ਸਿਰਫ 37% ਵੋਟ ਮਿਲੇ। ਇਸ ਵੇਲੇ ਉਹ 37% ਲੋਕਾਂ ਦੀ ਹੀ ਨੁਮਾਇੰਦਗੀ ਉੱਥੇ ਕਰ ਰਹੇ ਸੀਗੇ। ਜਦੋਂ ਉਹਨਾਂ ਨੇ ਛੱਡ ਕੇ ਫਿਰ ਅਸੈਂਬਲੀ ਦੀ ਚੋਣ ਲੜੀ ਹੈ ਤੇ ਉਹ ਮੁੱਖ ਮੰਤਰੀ ਬਣ ਗਏ ਨੇ ਤੇ ਇਹ ਸੀਟ ਖਾਲੀ ਹੋ ਗਈ ਹੈ। ਹੁਣ ਆਪਾਂ ਨੂੰ ਇਹ ਵੀ ਪਤਾ ਲੱਗੇਗਾ ਕਿ ਇਹ ਜਿਹੜੀ ਪਰਸੈਂਟੇਜ ਆ ਉੱਥੇ ਇਹਦੇ ਗ੍ਰਾਫ ਦੇ ਵਿੱਚ ਕਿੰਨਾ ਕੁ ਵਾਧਾ ਹੁੰਦਾ ਹੈ, ਕਿੰਨਾ ਕੁ ਘਾਟਾ ਹੁੰਦਾ ਹੈ, ਔਰ ਇਸ ਕਾਂਡ ਦਾ ਉਹਦੇ ਉੱਤੇ ਅਸਰ ਕਿੰਨਾ ਪੈਂਦਾ ਹੈ। ਸੋ ਆਉਣ ਵਾਲੇ ਦਿਨਾਂ ਵਿੱਚ ਇਹ ਸਥਿਤੀ ਜਿਹੜੀ ਹੈ ਸਾਡੇ ਸਾਹਮਣੇ ਹੋਵੇਗੀ, ਕਿਉਂਕਿ 23 ਜੂਨ ਨੂੰ ਵੋਟਾਂ ਪੈਣੀਆਂ ਨੇ ਤੇ 27 ਜੂਨ ਨੂੰ ਇਹਦੇ ਬਾਰੇ ਨਤੀਜਿਆਂ ਦੀ ਘੋਸ਼ਣਾ ਕੀਤੀ ਜਾਣੀ ਹੈ। ਜੀ ਸੰਧੂ ਸਾਹਿਬ, ਇਸ ਉਪ ਚੋਣ ਦੇ ਨਾਲ ਹੁਣ ਪੰਜਾਬ ਸਰਕਾਰ ਵੱਲੋਂ ਨਗਰ ਨਿਗਮ ਚੋਣਾਂ ਦੀ ਵੀ ਤਿਆਰੀ ਖਿੱਚੀ ਜਾ ਰਹੀ ਹੈ। ਜਿਹੜੇ ਨਗਰ ਨਿਗਮ ਨੇ ਇਹ ਵੀ ਆਪਾਂ ਇਹ ਸਮਝ ਸਕਦੇ ਹਾਂ ਕਿ ਅੱਧੀ ਸਰਕਾਰ ਹੀ ਚਲਾ ਰਹੇ ਹੁੰਦੇ ਨੇ ਜੀ, ਜਿਹਦੇ ਵਿੱਚ ਲੁਧਿਆਣਾ ਨਗਰ ਨਿਗਮ ਹੈ, ਜਲੰਧਰ ਹੈ, ਅੰਮ੍ਰਿਤਸਰ ਹੈ, ਫਗਵਾੜਾ ਨਗਰ ਨਿਗਮ ਹੈ, ਪਟਿਆਲਾ ਹੈ। ਇਹ 5 ਜਿਹੜੇ ਨਗਰ ਨਿਗਮ ਨੇ, ਜੇ ਆਪਾਂ ਦੇਖੀਏ ਧਿਆਨ ਨਾਲ ਤਾਂ ਇਹ ਮਤਲਬ ਪੰਜਾਬ ਦਾ ਜਿਹੜਾ ਬਹੁਤਾ ਹਿੱਸਾ ਜਿਹੜਾ ਹੈ ਉਹਦੇ ਵਿੱਚ ਇਹ ਨੁਮਾਇੰਦਗੀ ਕਰਦੇ ਨੇ। ਵੱਡੇ ਸ਼ਹਿਰ ਨੇ, ਵੱਡੀ ਇਹਨਾਂ ਦੇ ਵਿੱਚ ਆਬਾਦੀ ਹੈ, ਬੜੇ ਮਹੱਤਵਪੂਰਨ ਸ਼ਹਿਰ ਨੇ। ਲੁਧਿਆਣਾ ਬਹੁਤ ਮਹੱਤਵਪੂਰਨ ਸ਼ਹਿਰ ਹੈ, ਅੰਮ੍ਰਿਤਸਰ, ਪਟਿਆਲਾ, ਲੁਧਿਆਣਾ, ਜਲੰਧਰ। ਸੋ ਇਹਨਾਂ ਦੇ ਵਿੱਚ ਵੀ ਹਰ ਪਾਰਟੀ ਜਿਹੜੀ ਹੈ ਉਹਦੀ ਕੋਸ਼ਿਸ਼ ਇਹ ਹੁੰਦੀ ਹੈ ਕਿ ਉਹ ਜਿੱਤ ਹਾਸਲ ਕਰੇ ਔਰ ਉੱਥੇ ਉਹ ਆਪਣੇ ਜਿਹੜਾ ਉਹਨਾਂ ਦਾ ਨਗਰ ਨਿਗਮ ਦੇ ਉੱਤੇ ਉਹਨਾਂ ਦਾ ਕਬਜ਼ਾ ਹੋਵੇ ਜੀ। ਆਮ ਆਦਮੀ ਪਾਰਟੀ ਦੀ ਜਿਹੜੀ ਇਸ ਵੇਲੇ, ਕਿਉਂਕਿ ਪੰਜਾਬ ਵਿੱਚ ਸਰਕਾਰ ਹੈ, ਉਹਦੀ ਕੋਸ਼ਿਸ਼ ਇਹ ਹੋਏਗੀ ਕਿ 5 ਨਗਰ ਨਿਗਮਾਂ ਦੇ ਉੱਤੇ ਉਸ ਦਾ ਕਬਜ਼ਾ ਹੋਵੇ ਔਰ ਇਹਦੇ ਵਿੱਚੋਂ ਵੀ ਬਹੁਤ ਸਾਰੇ ਸੁਨੇਹੇ ਜਾਣਗੇ। ਪਰ ਇਹਦੇ ਉੱਤੇ ਪ੍ਰਭਾਵ ਇਹ ਪਏਗਾ, ਸਿੱਧਾ ਨਗਰ ਨਿਗਮਾਂ ਦੇ ਉੱਤੇ ਪ੍ਰਭਾਵ ਜ਼ਰੂਰ ਪਏਗਾ। ਹਾਲਾਂਕਿ ਸੰਗਰੂਰ ਜਿਹੜੀ ਚੋਣ ਆ ਉਹਦੇ ਉੱਤੇ ਸਿੱਧੂ ਮੂਸੇਵਾਲਾ ਕਤਲकांड ਦਾ ਪ੍ਰਭਾਵ ਬਹੁਤਾ ਰਹੇਗਾ, ਪਰ ਇਹ ਜਿਹੜੇ ਨਗਰ ਨਿਗਮਾਂ ਦੀ ਚੋਣ, ਕਿਉਂਕਿ ਇਹ ਅਜੇ ਕੁਛ 2-3-4 ਮਹੀਨੇ ਬਾਅਦ ਵਿੱਚ ਹੋਣੀ ਹੈ, ਇਸ ਕਰਕੇ ਇਹਦੇ ਉੱਤੇ ਉਹਦਾ ਪ੍ਰਭਾਵ ਹੋ ਸਕਦਾ ਘੱਟ ਪਵੇ। ਪਰ ਜਿਹੜੀ ਸਰਕਾਰ ਦੀ ਕਾਰਗੁਜ਼ਾਰੀ ਹੈ ਜਾਂ ਜਿਸ ਢੰਗ ਦੇ ਨਾਲ ਇਹਨਾਂ ਸ਼ਹਿਰਾਂ ਦੇ ਵਿੱਚ ਜਿਹੜੇ ਆਮ ਆਦਮੀ ਪਾਰਟੀ ਦੇ ਵਿਧਾਇਕ ਨੇ ਜਾਂ ਉੱਥੇ ਨਾਲ ਉਹਨਾਂ ਨਾਲ ਸੰਬੰਧਿਤ ਮੰਤਰੀ ਨੇ, ਉਹ ਕਿਸ ਤਰ੍ਹਾਂ ਦਾ ਵਿਹਾਰ ਕਰ ਰਹੇ ਨੇ, ਕਿਸ ਤਰ੍ਹਾਂ ਵਿਚਰ ਰਹੇ ਨੇ, ਕਿਸ ਤਰ੍ਹਾਂ ਉਹ ਲੋਕਾਂ ਦੇ ਕੰਮ ਕਰ ਰਹੇ ਨੇ, ਇਹਨਾਂ ਦਾ ਅਸਰ ਬਹੁਤ ਪਏਗਾ। ਕਿਉਂਕਿ ਇਸ ਮਾਮਲੇ ਵਿੱਚ ਅਜੇ ਤੱਕ ਆਮ ਆਦਮੀ ਪਾਰਟੀ ਦੀ ਕਾਰਗੁਜ਼ਾਰੀ ਬਿਲਕੁਲ ਜ਼ੀਰੋ ਹੈ। ਸ਼ਹਿਰਾਂ ਦੇ ਵਿੱਚ ਜੈਸੇ ਥੇ ਵਾਲੀ ਪੋਜੀਸ਼ਨ ਹੈ, ਜੋ ਪਹਿਲਾਂ ਉਹਦੇ ਤੋਂ ਪੂਰਾ ਨਿਗਰੀ ਹੋਊਗੀ, ਉਹਦੇ ਵਿੱਚ ਕੋਈ ਸੁਧਾਰ ਨਹੀਂ ਆਇਆ ਹਜੇ ਤੱਕ। ਔਰ ਨਗਰ ਨਿਗਮ, ਕਿਉਂਕਿ ਅਜੇ ਉਹ ਇਹ ਕਹਿ ਸਕਦੇ ਨੇ ਆਮ ਆਦਮੀ ਪਾਰਟੀ ਵਾਲੇ ਕਿ ਹਜੇ ਨਗਰ ਨਿਗਮਾਂ ਦੇ ਉੱਤੇ ਉਹਨਾਂ ਦਾ ਕਬਜ਼ਾ ਨਹੀਂ ਹੈ, ਉਹਨਾਂ ਦੇ ਵਿੱਚ ਜਿਹੜਾ ਪ੍ਰਸ਼ਾਸਨ ਹੈ, ਐਡਮਿਨਿਸਟ੍ਰੇਸ਼ਨ ਹੈ, ਉਹਦੇ ਵਿੱਚ ਆਮ ਆਦਮੀ ਪਾਰਟੀ ਦਾ ਕੋਈ ਹੱਥ ਨਹੀਂ। ਪਰ ਪੰਜਾਬ ਦੇ ਵਿੱਚ ਸਰਕਾਰ ਹੈ, ਮੰਤਰਾਲਾ ਜਿਹੜਾ ਉਹ ਉਹਨਾਂ ਦੇ ਕੋਲ ਹੈ, ਆਮ ਆਦਮੀ ਪਾਰਟੀ ਦੇ ਕੋਲ। ਇਸ ਕਰਕੇ ਇਹ ਚੀਜ਼ ਜਿਹੜੀ ਹੈ ਇਹਨੂੰ ਧਿਆਨ ਦੇ ਵਿੱਚ ਰੱਖਿਆ ਜਾਏਗਾ।
ਫਿਰ ਉਹਨਾਂ ਨੇ ਇੱਕ ਆਪਣੇ ਹਿਸਾਬ ਨਾਲ ਇਹਦੀ ਵਾਰਡਬੰਦੀ ਵੀ ਸ਼ੁਰੂ ਕਰ ਦਿੱਤੀ ਹੈ ਕਿ ਇਹਨਾਂ ਦੀ ਨਵੇਂ ਸਿਰੇ ਤੋਂ ਵਾਰਡਬੰਦੀ ਕੀਤੀ ਜਾਵੇ, ਪਤਾ ਲਾਇਆ ਜਾਵੇ ਕਿਹੜੇ ਵਾਰਡ ਦੇ ਵਿੱਚ ਕਿੰਨੇ ਵੋਟਰ ਨੇ, ਕੌਣ ਵੋਟਰ ਨੇ। ਇਹ ਸਾਰਾ ਜਿਹੜਾ ਹੈ ਲੇਖਾ ਜੋਖਾ ਉਹ ਲਾਉਣ ਦੀ ਕਵਾਇਦ ਹੁਣ ਸ਼ੁਰੂ ਕਰ ਦਿੱਤੀ ਗਈ ਹੈ। ਔਰ ਇਹ ਵੀ ਕਿਹਾ ਗਿਆ ਹੈ ਜਿਹੜੇ ਵਾਰਡਬੰਦੀ ਦੇ ਵਿੱਚ ਲੱਗੇ ਨੇ ਅਫਸਰ, ਅਧਿਕਾਰੀ, ਕਰਮਚਾਰੀ, ਮੁਲਾਜ਼ਮਾਂ ਦੀ ਟੀਮ ਲੱਗੀ ਹੈ ਕਿ ਇੱਕ ਹਫ਼ਤੇ ਦੇ ਵਿੱਚ ਇਸ ਨੂੰ ਮੁਕੰਮਲ ਕਰ ਲਿਆ ਜਾਵੇ ਤਾਂ ਕਿ ਉਸ ਤੋਂ ਬਾਅਦ ਫਿਰ ਅਗਲੀਆਂ ਜਿਹੜੀਆਂ ਤਿਆਰੀਆਂ ਨੇ ਉਹ ਪੂਰੀਆਂ ਕੀਤੀਆਂ ਜਾਣ। ਜਿਹੜੇ ਪਹਿਲੇ ਨਗਰ ਨਿਗਮ ਬਣੇ ਹੋਏ ਨੇ ਉਹਨਾਂ ਦੀ ਮਿਆਦ ਕਾਰਜਕਾਲ ਜਿਹੜਾ ਉਹਨਾਂ ਦਾ ਉਹ ਜਨਵਰੀ ਦੇ ਵਿੱਚ ਪੂਰਾ ਹੋ ਜਾਣਾ ਹੈ। ਸੋ ਇਸ ਤੋਂ ਬਾਅਦ ਹੁਣ ਆਹੀ ਜਿਹੜੇ 4-5 ਮਹੀਨੇ ਰਹਿੰਦੇ ਨੇ ਉਹਨਾਂ ਦੇ ਵਿੱਚ ਹੀ ਇਹ ਸਾਰਾ ਕੁਝ ਹੋਣਾ ਹੈ। ਵਾਰਡਬੰਦੀ ਵੀ ਹੋਣੀ ਹੈ, ਵੋਟਰ ਲਿਸਟਾਂ ਵੀ ਦੁਬਾਰਾ ਰਿਵਾਈਜ਼ ਹੋਣੀਆਂ ਨੇ, ਉਸ ਤੋਂ ਬਾਅਦ ਹੀ ਤਿਆਰੀਆਂ ਹੋਣੀਆਂ ਨੇ ਤੇ ਫਿਰ ਉਸ ਤੋਂ ਬਾਅਦ ਇਹ ਜਿਹੜੀ ਹੈ ਚੋਣ ਉਹ ਹੋਣੀ ਹੈ। ਸੋ ਇਹਨਾਂ ਨਗਰ ਨਿਗਮਾਂ ਦੇ ਉੱਤੇ ਜਿਹੜਾ ਹੈ ਉਹ ਸਰਕਾਰ ਦੀ ਕਾਰਗੁਜ਼ਾਰੀ ਦਾ ਬਹੁਤ ਜ਼ਿਆਦਾ ਅਸਰ ਪਏਗਾ ਤੇ ਪਤਾ ਲੱਗੇਗਾ ਕਿ ਲੋਕ ਜਿਹੜੀ ਹੈ ਕਿੰਨੀ ਕੁ ਲੋਕਪ੍ਰਿਯਤਾ ਆਮ ਆਦਮੀ ਪਾਰਟੀ ਦੀ ਕਾਇਮ ਹੈ ਤੇ ਕਿੰਨੇ ਲੋਕ ਉਹਦੇ ਨਾਲ ਗੁੱਸੇ ਹੋ ਗਏ ਨੇ, ਕਿੰਨੇ ਲੋਕ ਉਹਨਾਂ ਨਾਲ ਨਾਰਾਜ਼ ਹੋ ਗਏ ਨੇ, ਕਿੰਨੇ ਲੋਕ ਉਸ ਨੂੰ ਛੱਡ ਚੁੱਕੇ ਨੇ। ਹਾਂਜੀ ਤੇ ਸੰਧੂ ਸਾਹਿਬ 1.5 ਮਿੰਟ ਜੇ ਆਪਾਂ ਵੀ ਖਬਰ ਕਵਰ ਕਰ ਲਈਏ ਕਿ ਉੱਤਰਾਖੰਡ ਦੇ ਵਿੱਚ ਇੱਕ ਭਿਆਨਕ ਹਾਦਸਾ ਵਾਪਰਿਆ ਜਿਸ ਵਿੱਚ ਤਕਰੀਬਨ 30 ਲੋਕਾਂ ਦੇ ਮਾਰੇ ਜਾਣ ਦੀ ਖਬਰ ਹੈ। ਇਹ ਜਮਨੋਤਰੀ ਦੇ ਨੇੜੇ ਵਾਪਰਿਆ ਜੀ। ਇੱਕ ਬੱਸ ਜਿਹੜੀ ਆ ਉਹ ਖੱਡ ਦੇ ਵਿੱਚ ਡਿੱਗੀ ਆ, ਬੜਾ ਭਿਆਨਕ ਹਾਦਸਾ ਹੋਇਆ। ਔਰ ਅਕਸਰ ਅਸੀਂ ਦੇਖਦੇ ਹਾਂ ਕਿ ਆਹ ਜਿਹੜਾ ਸੀਜ਼ਨ ਹੁੰਦਾ ਜਦੋਂ ਇੱਥੇ ਸਾਰੇ, ਕਿਉਂਕਿ ਉੱਤਰਾਖੰਡ ਦੇ ਵਿੱਚ ਬਹੁਤ ਸਾਰੇ ਧਾਰਮਿਕ ਸਥਾਨ ਨੇ ਔਰ ਉੱਥੇ ਬੱਸਾਂ ਤੇ ਟਰੱਕ, ਟਰੈਕਟਰ, ਟਰਾਲੀਆਂ, ਹੋਰ ਆਪਣੇ ਜਿਹੜੇ ਸਾਧਨ ਨੇ ਉਹਨਾਂ ਦੇ ਨਾਲ ਲੋਕੀ ਭਰ ਕੇ ਉਧਰ ਪਾਸੇ ਨੂੰ ਤੁਰ ਪੈਂਦੇ ਨੇ। ਇੱਕਦਮ ਰਸ਼ ਵੀ ਹੋ ਜਾਂਦਾ ਹੈ, ਕਰਾਊਡ ਵੀ ਹੋ ਜਾਂਦਾ ਹੈ। ਔਰ ਪਹਾੜੀ ਖੇਤਰਾਂ ਦੇ ਵਿੱਚ ਜਿਹੜੀਆਂ ਸੜਕਾਂ ਨੇ ਉਹਨਾਂ ਦੀ ਸਮਰੱਥਾ ਬਹੁਤ ਜ਼ਿਆਦਾ ਇੰਨੀ ਵਧੀਆ ਨਹੀਂ, ਸੁਰੱਖਿਆ ਦੇ ਪ੍ਰਬੰਧ ਵੀ ਬਹੁਤ ਜ਼ਿਆਦਾ ਨਹੀਂ ਹੈਗੇ ਉਹਨਾਂ ਦੇ ਵਿੱਚ। ਦੂਜੀ ਗੱਲ ਇਹ ਹੈ ਕਿ ਜਿਹੜੀ ਅਣਗਹਿਲੀ ਹੈ ਜਾਂ ਡਰਾਈਵਰ ਵੱਲੋਂ ਜਾਂ ਜਿਹੜੀ ਆ ਬੱਸ ਹੈ ਉਹਦੇ ਵਿੱਚ ਕਿਸੇ ਕਿਸਮ ਦੀ ਕੋਈ ਸਮੱਸਿਆ, ਇਸ ਚੀਜ਼ ਨੂੰ ਵੀ ਆਪਾਂ ਨਜ਼ਰਅੰਦਾਜ਼ ਨਹੀਂ ਕਰ ਸਕਦੇ ਕਿ ਉਹਦੀ ਕੰਡੀਸ਼ਨ ਕਿਸ ਤਰ੍ਹਾਂ ਦੀ ਹੈ ਉਸ ਵਹੀਕਲ ਦੀ, ਔਰ ਚਲਾਉਣ ਵਾਲੇ ਬੰਦੇ ਦੀ ਕੰਡੀਸ਼ਨ ਕਿਸ ਤਰ੍ਹਾਂ ਦੀ ਹੈ। ਔਰ ਇਹ ਸਾਰੀਆਂ ਗੱਲਾਂ ਜਦੋਂ ਇਹਨਾਂ ਵਿੱਚੋਂ ਕਿਤੇ ਵੀ ਕੁਛ ਗੜਬੜ ਹੁੰਦੀ ਹੈ ਤੇ ਲੋਕਾਂ ਨੂੰ ਆਪਣੀ ਜਾਨ ਜਿਹੜੀ ਉਹ ਗਵਾਉਣੀ ਪੈਂਦੀ ਹੈ। ਹੁਣ ਇਹਦੇ ਵਿੱਚ ਵੀ 30 ਦੇ ਕਰੀਬ ਲੋਕਾਂ ਦੀ ਜਿਹੜੀ ਜਾਨ ਗਈ ਹੈ, ਹੋਰ ਬਹੁਤ ਸਾਰੇ ਜ਼ਖਮੀ ਨੇ ਜਿਨ੍ਹਾਂ ਨੂੰ ਹਸਪਤਾਲਾਂ ਦੇ ਵਿੱਚ ਵੱਖ-ਵੱਖ ਹਸਪਤਾਲਾਂ ਵਿੱਚ ਦਾਖਲ ਕਰਾਇਆ ਗਿਆ। ਡਰਾਈਵਰ, ਹੈਲਪਰ ਜਿਹੜੇ ਨੇ ਉਹ ਵੀ ਸ਼ਾਮਲ ਨੇ ਜਿਹੜੇ ਮਾਰੇ ਗਏ ਨੇ ਉਹਨਾਂ ਦੇ ਵਿੱਚ। ਜੀ ਬਹੁਤ ਸਾਰੀਆਂ ਲਾਸ਼ਾਂ ਮਿਲ ਗਈਆਂ ਨੇ, ਕੁਝ ਅਜੇ ਡੈੱਡ ਬੋਡੀਜ਼ ਵੀ ਕਹਿੰਦੇ ਹਜੇ ਤੱਕ ਨਹੀਂ ਮਿਲੀਆਂ। ਉੱਥੇ ਦੇ ਮੁੱਖ ਮੰਤਰੀ ਜਿਹੜੇ ਪੁਸ਼ਕਰ ਧਾਮੀ ਨੇ ਉਹ ਆਪ ਇਸ ਕੰਮ ਦੀ ਅਗਵਾਈ ਕਰ ਰਹੇ ਨੇ। ਉਹਨਾਂ ਨੇ ਖੁਦ ਇਸ ਸਾਰੇ ਜਿਹੜਾ ਕਾਂਡ ਵਾਪਰਿਆ ਉਹਦਾ ਜਾਇਜ਼ਾ ਲਿਆ ਹੈ। ਮ੍ਰਿਤਕਾਂ ਨੂੰ 2-2 ਲੱਖ ਰੁਪਇਆ ਦੇਣ ਦਾ ਵੀ ਐਲਾਨ ਕੀਤਾ ਹੈ। ਜਿਹੜੇ ਜ਼ਖਮੀ ਨੇ ਉਹਨਾਂ ਨੂੰ ਵੀ 50-50 ਹਜ਼ਾਰ ਰੁਪਏ ਦੇਣ ਦਾ ਐਲਾਨ ਕੀਤਾ ਹੈ। ਪਰ ਗੱਲ ਜਿਹੜੀ ਹੈ ਜਦੋਂ ਵੀ ਕੋਈ ਇਸ ਤਰ੍ਹਾਂ ਦਾ ਹਾਦਸਾ ਵਾਪਰਦਾ ਉਹਦੇ ਵਿੱਚ ਇੱਕ ਹੀ ਸਵਾਲ ਖੜਾ ਹੁੰਦਾ ਹੈ ਕਿ ਜਿਹੜਾ ਸਾਡੇ ਕੋਲ ਇਨਫਰਾਸਟ੍ਰਕਚਰ ਹੈ ਕਿ ਉਹ ਇਸ ਕਾਬਲ ਹੈ ਕਿ ਇੰਨੇ ਜ਼ਿਆਦਾ ਵਹੀਕਲ ਉਹਦੇ ਉੱਤੇ ਚੱਲ ਸਕਣ ਤੇ ਇੰਨੀ ਜ਼ਿਆਦਾ ਕਰਾਊਡ ਨੂੰ ਉਹ ਸੰਭਾਲ ਸਕਣ, ਜਾਂ ਕਿ ਕੀ ਅਸੀਂ ਐਜੂਕੇਟ ਕਰ ਸਕੇ ਹਾਂ ਇਸ ਅਮਲੇ ਨੂੰ, ਬੱਸਾਂ ਦੇ ਚਾਲਕਾਂ ਨੂੰ, ਸਾਰਾ ਕੁਝ ਨੂੰ ਕਿ ਉਹ ਕਿਸ ਢੰਗ ਦੇ ਨਾਲ ਕਰਨ। ਜਦੋਂ ਹਾਦਸਾ ਵਾਪਰਦਾ ਉਦੋਂ 1-2 ਦਿਨ ਇਹੋ ਜਿਹੀਆਂ ਗੱਲਾਂ ਹੁੰਦੀਆਂ ਨੇ, ਬਾਅਦ 'ਚ ਫਿਰ ਪੋਜੀਸ਼ਨ ਜਿਹੜੀ ਹੈ ਉਹ ਪਹਿਲਾਂ ਵਾਲੀ ਹੀ ਹੋ ਜਾਂਦੀ ਹੈ ਤੇ ਜ਼ਖਮ ਜਿਹੜੇ ਨੇ ਉਹ ਉਹਨਾਂ ਪਰਿਵਾਰਾਂ ਦੇ ਸੀਨੇ ਤੇ ਹਮੇਸ਼ਾ ਲਈ ਉਕਰੇ ਜਾਂਦੇ ਨੇ ਜਿਨ੍ਹਾਂ ਦੇ ਮੈਂਬਰ ਇਹਦੇ ਵਿੱਚ ਜਾਨਾਂ ਗਵਾ ਬੈਠਦੇ ਨੇ। ਜੀ ਸੰਧੂ ਸਾਹਿਬ, ਇਹ ਸਾਰੀਆਂ ਖਬਰਾਂ ਸਾਡੇ ਨਾਲ ਸਾਂਝੀਆਂ ਕਰਨ ਲਈ ਬਹੁਤ ਧੰਨਵਾਦ ਜੀ। ਕੱਲ੍ਹ ਫਿਰ ਗੱਲਬਾਤ ਹੋਏਗੀ। ਠੀਕ ਹੈ ਜੀ ਵਾਸੂ ਜੀ, ਬਹੁਤ ਬਹੁਤ ਧੰਨਵਾਦ।